ਇਹ ਉਹ ਕੋਠੀ ਆ ਜਿਹਦੇ 'ਚ 31 ਦਸੰਬਰ ਨੂੰ ਸਾਡੇ ਆਖਰੀ ਮਹਾਰਾਜੇ ਨੇ ਪੰਜਾਬ ਦੇ ਵਿੱਚ ਆਖਰੀ ਰਾਤ ਕੱਟੀ ਸੀ। ਉਸੇ ਵੇਲੇ ਦੀ ਗਵਾਹੀ ਭਰਦੇ ਰੁੱਖ ਉਸ ਜਿਹੜੇ ਤੁਸੀਂ ਕਦੇ ਦੇਖੇ ਹੀ ਨਹੀਂ ਹੋਣਗੇ। ਉਸੇ ਵੇਲੇ ਦੀ ਗਵਾਹੀ ਭਰਦੀਆਂ ਇਮਾਰਤਾਂ, ਤਵੇਲਾ ਆ ਤੁਹਾਡੇ ਸਾਹਮਣੇ ਖੜਾ। ਹੋਰ ਵੀ ਬੜਾ ਕੁਝ ਹੈ ਇਸ ਇਮਾਰਤ ਦੇ ਵਿੱਚ। ਆ ਜਿਹੜਾ ਤੁਹਾਡੇ ਸਾਹਮਣੇ ਖੜਾ ਨਾ, ਇਹਨੂੰ ਪਿੱਪਲ ਜਾਣਾ ਸਮਝ ਲਿਓ। ਇਹ ਸਿੰਬਲ ਦਾ ਰੁੱਖ ਆ, ਸਿੰਬਲ ਦਾ ਰੁੱਖ, ਜਿਹੜਾ ਸ਼ਾਇਦ ਆਪਣੇ ਚੋਂ ਬਾਹਲਿਆਂ ਨੇ ਦੇਖੇ ਨਹੀਂ ਹੋਣਾ। ਆ ਜਾਓ ਖੁੱਲ੍ਹ ਕੇ ਕਰਦੇ ਆਂ ਗੱਲਾਂ ਬਾਤਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਫੇਰਾਂ ਬੱਸੀਆਂ, ਰਾਏਕੋਟ ਬੱਸੀਆਂ ਪੈ ਜਾਂਦਾ। ਇੱਥੇ ਕੋਠੀ ਬਣੀ ਹੋਈ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਜੀ ਨੇ ਆਖਰੀ ਰਾਤ ਕੱਟੀ ਸੀ। ਇੱਕ ਤਾਂ ਭਾਗ ਹੈਗਾ ਇਤਿਹਾਸ ਦਾ, ਜੋ ਦਲੀਪ ਸਿੰਘ ਜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਇਤਿਹਾਸ ਆ। ਇੱਕ ਪੱਖ ਹੈਗਾ ਇਹਨਾਂ ਇਮਾਰਤਾਂ ਦਾ ਤੇ ਇੱਥੋਂ ਦੇ ਲੱਗੇ ਦਰਖਤ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਦੀ ਗਵਾਹੀ ਭਰਦੇ ਨੇ। ਸਾਡੇ ਨਾਲ ਹੋਣਗੇ ਸਰਦਾਰ ਮਨਪ੍ਰੀਤ ਸਿੰਘ ਜੀ। ਬਾਈ ਜੀ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ, ਮਿਹਰਬਾਨੀ। ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਗੱਲ ਕਰਦੇ ਹਾਂ, ਅੰਦਰ ਇਤਿਹਾਸ ਦੱਸਿਆ ਜੀ, ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਬਾਹਰਲੀ ਹੁਣ ਕੀ ਇਹ ਵਿਰਾਸਤੀ ਕੋਠੀ ਹੈ ਜਿਹੜੀ ਜੀ ਵਿਰਾਸਤ 'ਚ ਮਿਲੀ ਹੈ ਸਾਨੂੰ, ਸਮਝ ਲਓ। ਜੀ। ਜਿਹਦੇ ਵਿੱਚ ਗੱਲ ਕਰੀਏ, ਇਹ ਜਿਹੜੀ ਸਾਡੇ ਪਿੱਛੇ ਬੈਕ ਤੇ ਇਹ ਹੈ ਜਿੱਥੇ ਕਿ ਅੰਗਰੇਜ਼ਾਂ ਦਾ ਲਾਂਗਰੀ ਰਿਹਾ ਕਰਦਾ ਸੀ। ਰਸੋਈ ਜੀ। ਇਸ ਨੂੰ ਵੀ ਹੁਣ ਅਸੀਂ ਵਿਰਾਸਤੀ ਰਸੋਈ 'ਚ ਤਬਦੀਲ ਕਰ ਦਿੱਤਾ। ਹੁਣ ਵਿਰਾਸਤੀ ਰਸੋਈ ਇੱਥੇ ਟ੍ਰੈਡੀਸ਼ਨਲ ਭੋਜਨ ਦਿੱਤਾ ਜਾਂਦਾ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਚਾਟੀ ਦੀ ਲੱਸੀ। ਇਹ ਉਹਨਾਂ ਦੇ ਸਮੇਂ ਦੀ, ਉਸ ਟਾਈਮ ਦੀ ਵੀ ਇਹ ਰਸੋਈ ਰਹਿ ਚੁੱਕੀ ਹੈ ਜਿਸ ਨੂੰ ਅਸੀਂ ਰਸੋਈ ਬਣਾਈ। ਬਾਕੀ ਅਸੀਂ ਬਾਕੀ ਬਿਲਡਿੰਗਾਂ ਬਾਰੇ ਵੀ ਤੁਹਾਨੂੰ ਦੱਸਦੇ ਹਾਂ। ਜਿਹੜੀ ਛੱਤ ਆ ਜਿਹੜੀ ਆਪਣੀ ਰਸੋਈ ਦੀ, ਇਹ ਉਸ ਨਾਲ ਵੇਲਿਆਂ ਦੀ ਹੋਈ ਆ। ਐਕਚੁਅਲੀ ਨਾ ਸਰਕਾਰਾਂ ਦੀ ਦੇਖ ਰੇਖ ਨਾ ਹੋਣ ਕਾਰਨ ਜੀ ਇਹ ਜਿਹੜੀਆਂ ਨੇ ਬਿਲਡਿੰਗ ਸਾਰੀਆਂ ਇਹ ਖੰਡਰ ਬਣ ਗਈਆਂ ਸੀ। ਇਹਨਾਂ ਦੀਆਂ ਰੂਫਸ ਜਿਹੜੀਆਂ ਬਿਲਕੁਲ ਡਿਸਟਰੋਏ ਹੋ ਚੁੱਕੀਆਂ ਸੀ। ਇਹ ਰੈਨੋਵੇਟ ਕਰਕੇ ਦੁਬਾਰਾ ਕੀਤੀਆਂ ਗਈਆਂ, ਸਟਰਕਚਰ ਸੇਮ ਰੱਖਿਆ ਗਿਆ। ਜੋ ਨਕਸ਼ਾ ਵਗੈਰਾ ਹਾਂ, ਸਟਰਕਚਰ ਸੇਮ ਆ, ਕਿਸੇ ਚੀਜ਼ 'ਚ ਤਬਦੀਲੀ ਨਹੀਂ ਕੀਤੀ ਗਈ। ਉਸੇ ਤਰ੍ਹਾਂ ਹੀ ਸਮਝ ਲਓ ਇਹ ਪੱਟ ਕੇ ਉਧਰ ਕੀਤਾ ਹੋਇਆ। ਕੋਈ ਚੀਜ਼ ਦੀ ਕਿਸੇ ਨੂੰ ਵੀ ਛੇੜਖਾਨੀ ਨਹੀਂ ਕੀਤੀ। ਛੱਤਾਂ ਜਿਹੜੀਆਂ ਉਹ ਡਿਸਟਰੋਏ ਹੋਣ ਕਰਕੇ ਉਹਨਾਂ ਨੂੰ ਛੱਤਾਂ ਨੂੰ ਦੁਬਾਰਾ ਜਿਹੜਾ ਰੈਨੋਵੇਟ ਕੀਤਾ ਗਿਆ ਵਾ। ਬਾਕੀ ਗੱਲ ਕਰਦੇ ਹਾਂ, ਬਾਕੀ ਬਿਲਡਿੰਗ ਦੀ ਦੇਖ ਰਹੇ ਹੋ ਤੁਸੀਂ। ਇੱਥੋਂ ਤੱਕ ਕਿ ਮੈਂ ਤੁਹਾਡੇ ਨਾਲ ਇੰਨੀ ਗੱਲ ਕਰਨੀ ਸਾਂਝੀ ਚਾਹਾਂਗਾ ਕਿ ਜਿਹੜੇ ਇੱਥੇ ਤੁਸੀਂ ਬਿਲਡਿੰਗ ਦੇ ਨਾਲ ਜਿਹੜੇ ਦਰਖਤ ਜਿਹੜੇ ਨੇ ਉਹ ਵੀ ਪ੍ਰਾਚੀਨ ਨੇ। ਜਿਹੜੇ ਦਰਖਤ ਵੀ ਪ੍ਰਾਚੀਨ ਨੇ। ਜਿੱਦਾਂ ਕਿ ਇਹ ਇਮਾਰਤ ਜਿਸ ਦੇ ਕੋਲ ਹੁਣ ਅਸੀਂ ਚੱਲੇ ਆ, ਇਹ ਉਸ ਟਾਈਮ ਉਹਨਾਂ ਦਾ ਆਫਿਸ ਸੀ। ਇਹ ਕਿੰਨੇ ਸਾਲ ਪੁਰਾਣੀ ਹੋ ਗਈ? ਇਹ ਜਿਹੜੀਆਂ ਲਗਭਗ ਸਾਰੀਆਂ ਜਿਹੜੀਆਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ, ਲਗਭਗ 200 ਸਾਲ ਪੁਰਾਣੀਆਂ ਨੇ। 200 ਸਾਲ ਪੁਰਾਣੀਆਂ ਨੇ। ਤੇ ਉੱਥੋਂ ਉਹਨਾਂ ਦੀ ਜਿਹੜੀ ਪ੍ਰਾਚੀਨਤਾ ਜਿਹੜੀ ਇਹਨਾਂ ਤੋਂ ਝਲਕ ਰਹੀ ਆ, ਇਹਨਾਂ ਦਾ ਵਿਰਾਸਤੀ ਜਿਹੜਾ ਲੋਕ ਆ, ਉਹ ਇਹਨਾਂ ਦੀ ਦੇਖਣ ਤੋਂ ਹੀ ਦੇਖ ਰਹੇ ਹਾਂ ਅਸੀਂ ਕਿ ਇਹ ਜਿਹੜੀਆਂ ਵਿਰਾਸਤੀ ਨੇ ਉਸ ਟਾਈਮ ਦੀਆਂ, ਉਦੋਂ ਦੀਆਂ। ਬਿਲਕੁਲ ਇਹਨਾਂ ਨੂੰ ਰੈਨੋਵੇਟ ਜ਼ਰੂਰ ਕੀਤਾ ਕਿਉਂਕਿ ਸਰਕਾਰਾਂ ਦੀ ਅਣਦੇਖੀ ਦੇ ਕਾਰਨ ਇਹ ਇੱਕ ਖੰਡਰ ਹਵੇਲੀਆਂ ਬਣ ਚੁੱਕੀਆਂ ਸੀ। ਠੀਕ ਹੈ ਜੀ। ਬਾਕੀ ਰਹੀ ਗੱਲ, ਅੰਦਰ ਜਾ ਕੇ ਦੇਖ ਸਕਦੇ ਹਾਂ ਅਸੀਂ। ਅੰਦਰ ਹੁਣ ਇਸ ਨੂੰ ਆਫਿਸ ਬਣਾਇਆ ਗਿਆ। ਆਫਿਸ ਬਣਾਇਆ ਗਿਆ ਤੇ ਨਾਲ ਹੀ ਲਾਇਬ੍ਰੇਰੀ ਮਾਨਯੋਗ ਆਪਣੇ ਐਸਐਸਪੀ ਸਾਹਿਬ ਸੀ, ਤੂਰ ਸਾਹਿਬ ਜੀ, ਗੁਰਪ੍ਰੀਤ ਸਿੰਘ ਤੂਰ, ਉਹਨਾਂ ਨੇ ਸਾਨੂੰ ਕਿਤਾਬਾਂ ਜਿਹੜੀਆਂ ਡੋਨੇਟ ਕੀਤੀਆਂ, ਜਿਹੜੀਆਂ ਕਿ ਲਾਇਬ੍ਰੇਰੀ ਦੇ ਵਿੱਚ ਰੱਖੀਆਂ ਗਈਆਂ। ਮੈਂ ਤੁਹਾਨੂੰ ਦਿਖਾਉਣਾ ਜ਼ਰੂਰ ਚਾਹਾਂਗਾ ਕਿਉਂਕਿ ਜਦੋਂ ਵੀ ਗੱਲ ਇਤਿਹਾਸ ਦੀ ਆਉਣੀ ਆ ਤਾਂ ਕਿਤਾਬਾਂ ਦਾ ਜ਼ਿਕਰ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ। ਇਹ ਕਿਤਾਬਾਂ ਪਈਆਂ ਨੇ, ਇਹ ਆਮ ਪਬਲਿਕ ਇੱਥੇ ਬਹਿ ਕੇ ਪੜ੍ਹ ਸਕਦੀ ਹੈ। ਫਿਲਹਾਲ ਤਾਂ ਸਾਡੇ ਕੋਈ ਪੋਸਟ ਨਹੀਂ ਹੈਗੀ ਲਾਇਬ੍ਰੇਰੀਅਨ ਦੀ, ਅਸੀਂ ਇਸ਼ੂ ਨਹੀਂ ਕਰ ਸਕਦੇ, ਓਪਨ ਨਹੀਂ ਹੋਈ। ਪਰ ਫਿਰ ਵੀ ਜੇ ਕੋਈ ਚਾਹੁੰਦਾ ਤਾਂ ਇੱਥੇ ਬੈਠ ਕੇ ਅਸੀਂ ਉੱਪਰ ਪੜ੍ਹਾ ਸਕਦੇ ਹਾਂ। ਮਤਲਬ ਜੇ ਕੋਈ ਚਾਹਵੇ ਤਾਂ ਬੈਠ ਕੇ ਪੜ੍ਹ ਸਕਦਾ, ਪਰ ਪੋਸਟ ਹੈ ਨਹੀਂ ਗੀ। ਬਿਲਕੁਲ ਸਰ। ਤਕਰੀਬਨ ਉਹਦਾ ਸਾਰਾ ਡਾਟਾ ਰੱਖਣਾ ਹੁੰਦਾ, ਉਹ ਇੱਕ ਕੰਮ ਬਹੁਤ ਵੱਡਾ। ਬਿਲਕੁਲ ਹਨਾ। ਤੇ ਇਹ ਯਾਦਾਂ ਨੇ ਮਹਾਰਾਜਾ ਦਲੀਪ ਸਿੰਘ ਦੀਆਂ। ਇੱਥੇ ਚੱਪੇ ਤੇ ਉਹਨਾਂ ਦੇ ਨਿਸ਼ਾਨ ਨੇ ਪੈਰਾਂ ਦੇ। ਬਾਕੀ ਅੱਗੇ ਦੇਖ ਰਹੀਏ, ਇਹ ਬਿਲਡਿੰਗ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ, ਜਿਹਨੂੰ ਤੁਹਾਨੂੰ ਦਿਖਾਈ ਜਾ ਰਹੀ ਆ, ਇਹ ਬਿਲਡਿੰਗ ਇੱਥੇ ਉਹ ਆਪਣੇ ਘੋੜੇ ਬੰਨਿਆ ਕਰਦੇ ਸੀ, ਜਿਹਨੂੰ ਅਸੀਂ ਅਸਤਬਲ ਵੀ ਕਹਿ ਦਿੰਦੇ ਆ। ਅੰਗਰੇਜ਼ ਘੋੜੇ ਬੰਨਦੇ ਸੀ ਇੱਥੇ। ਆ ਛੋਟੀ ਜੀ ਬਿਲਡਿੰਗ। ਹਾਂਜੀ, ਇਹ ਬੈਕ ਸਾਈਡ ਤੇ ਦਿਖਾਉਂਦੇ ਆ ਤੁਹਾਨੂੰ ਇਹਦੇ ਫਰੰਟ ਤੋਂ। ਬਿਲਕੁਲ। ਜਦੋਂ ਨਾ ਆਪਾਂ ਕਈ ਵਾਰੀ ਮਨਾਲੀ ਵਗੈਰਾ ਜਾਂ ਕਿਤੇ ਜਾਂਦੇ, ਉੱਥੇ ਅੰਗਰੇਜ਼ਾਂ ਦੀਆਂ ਜੋ ਇਮਾਰਤਾਂ ਬਣੀਆਂ ਨੇ, ਉਹਨਾਂ ਉਹੀ ਢਾਂਚਾ ਜਾਂ ਦੇਖੋ ਜਿਵੇਂ। ਬਿਲਕੁਲ ਸਰ। ਇਹ ਜਿਹੜੀਆਂ ਇਹਦੇ ਵਿੱਚ ਤੁਹਾਨੂੰ ਦਿਖਾਵਾਂਗਾ ਮੈਂ, ਜਿਹੜੇ ਆ ਗਾਡਰ ਪਏ ਨੇ, ਇਹ ਮੇਡ ਇਨ ਲੰਡਨ ਨੇ ਸਰ। ਲੰਡਨ ਉਹ ਸ਼ੋਅ ਹੋ ਰਿਹਾ ਉੱਥੇ, ਮੇਡ ਇਨ ਲੰਡਨ। ਆ ਦਰਸ਼ਕੋ ਜਿਹੜਾ ਤੁਸੀਂ ਇਹ ਦੇਖੋ, ਇੱਥੇ ਲੰਡਨ ਦੇ ਨੇ, ਇੱਥੇ ਲਿਖਿਆ ਗਿਆ ਮੇਡ ਇਨ ਲੰਡਨ। ਇਹ ਗਾਡਰ ਲੰਡਨ ਦੇ ਨੇ ਜੀ, ਉਸ ਟਾਈਮ ਦੇ, ਜਿਹੜੇ ਕਿ ਉਸ ਟਾਈਮ ਦੀ ਗਵਾਹੀ ਭਰਦੀਆਂ ਨੇ ਇਹ ਚੀਜ਼ਾਂ। ਠੀਕ ਹੈ ਜੀ। ਤੇ ਛੱਤ ਫਿਰ ਜੀ, ਛੱਤ ਚੇਂਜ ਕੀਤੀ ਗਈ ਹੈ ਜੀ, ਕਿਉਂਕਿ ਜਿਹੜੇ ਬਾਲੇ ਹੁੰਦੇ ਆ ਉਹ ਗਲ ਜਾਂਦੇ ਨੇ,
ਨਹੀਂ ਜਦੋਂ ਅਸੀਂ ਆਪਾਂ ਆਮ ਦੇਖੀਏ ਘਰਾਂ 'ਚ ਜੇ ਹਫਤਾ ਸਫਾਈ ਨਾ ਕਰੇ ਤਾਂ ਗੰਦ ਪੈ ਜਾਂਦਾ। ਇਹਨੂੰ ਤਾਂ ਫਿਰ ਕਈ ਸਾਲ, ਕਿੰਨੇ ਸਾਲ ਇਹਦੀ ਦੇਖ ਰੇਖ ਨਹੀਂ ਹੋਈ, ਕਿਸੇ ਨੇ ਦੇਖਿਆ ਨਹੀਂ, ਜਿਸ ਕਰਕੇ ਛੱਤਾਂ ਚੇਂਜ ਕੀਤੀਆਂ। ਗਾਡਰ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਲਿਖਿਆ ਵੀ ਹੋਇਆ ਕਿ ਮੇਨ ਲੰਡਨ। ਇੱਥੇ ਉਹ ਆਪਣੇ ਅਸਤਵਾਲ ਇੱਥੇ ਘੋੜੇ ਬੰਨਿਆ ਕਰਦੇ ਸੀ ਲਿਆ ਕੇ, ਜਿਸ ਤਰ੍ਹਾਂ ਖੁੱਲੇ ਕੰਨਾਂ ਵਾਲੇ, ਅੱਡ ਕੰਨਾਂ ਵਾਲੇ, ਜਿਵੇਂ ਸੁਖਜਿੰਦਰ ਬਾਈ ਦੱਸਦਾ ਹੁੰਦਾ, ਉਸ ਹਿਸਾਬ ਦੇ ਘੋੜੇ ਬੰਨੇ ਜਾਂਦੇ ਹੋਣਗੇ ਲਾਜ਼ਮੀ। ਤੇ ਬਾਕੀ ਆ ਮਾਰ ਤੋਂ ਮਈਆਂ ਢਾਂਚੇ ਦੇ ਬਿਲਕੁਲ ਇਹ ਐਟਾ ਇਹਦੀ ਬਿਲਕੁਲ ਜੀ ਇਹ ਉਸੇ ਟਾਈਮ ਦੀ ਹੈ ਜੀ ਸਰ। ਕਿਉਂਕਿ ਦੇਖੋ ਜਦੋਂ ਤੁਸੀਂ ਇੱਥੇ ਮਿਸਤਰੀ ਲਿਆਓ, ਉਹਨੂੰ ਦੇਖੋ ਗੁਣੀਆਂ ਚ ਲਾ ਕੇ, ਇਧਰੋਂ ਵੀ ਗੁਣੀਆਂ, ਇਧਰੋਂ ਵੀ ਉਨੀ ਹੋਊ, ਉਧਰੋਂ ਵੀ ਇੰਨੀ ਹੋਊ, ਕਿਉਂਕਿ ਅੱਜ ਦੀ ਇੱਟ ਆ ਜਿਹੜੀ ਉਹ ਬਰਾਬਰ ਨਹੀਂ ਆ ਰਹੀ। ਤੁਸੀਂ ਕੰਧ ਬਣਾਓ, ਜਦੋਂ ਦੂਸਰੀ ਸਾਈਡ ਦੇਖੋਗੇ ਇੱਕ ਸਾਈਡ ਸੈੱਟ ਸਾਫ਼ ਹੋਊ, ਦੂਸਰੀ ਸਾਈਡ ਤੇ ਬਾਹਰੋਂ ਨਿਕਲਦੀ ਹੈ ਕਿਤੋਂ ਕਿਤੇ ਜਾਂਦੀ ਹੈ। ਇਹ ਬਿਲਕੁਲ ਉਸੇ ਤਰ੍ਹਾਂ, ਕਿਉਂਕਿ ਇਹ ਉਸ ਟਾਈਮ ਦੀ ਇੱਟ ਆ, ਉਸ ਟਾਈਮ ਇੱਕੋ ਟਾਈਪ ਦੀ ਇੱਟ ਬਣਦੀ ਸੀ। ਇਹ ਦੇਖ ਲਓ, ਚਾਹੇ ਇਧਰੋਂ ਵੀ ਦੇਖ ਲਓ, ਇਧਰੋਂ ਉਨੀ ਆ, ਉਧਰੋਂ ਵੀ ਉਨੀ ਹੋਊਗੀ। ਬਿਲਕੁਲ ਬਿਲਕੁਲ। ਉਹਦੇ ਆਕਾਰ ਦੇ ਵਿੱਚ ਨਾ ਕਹਿੰਦਾ ਕਿ ਉਸ ਸਮੇਂ ਦੀ ਇੱਕ ਤਕਨੀਕ ਸੀ, ਉਸ ਦਾ ਟ੍ਰੇਡਮਾਰਕ ਕਹਿ ਸਕਦੇ ਆ ਉਹਨਾਂ ਦਾ। ਬਿਲਕੁਲ ਬਿਲਕੁਲ ਸਰ। ਬਾਕੀ ਤੁਹਾਨੂੰ ਹੁਣ ਮੈਂ ਸਾਰਾ ਕਿੰਨੇ ਏਰੀਆ 'ਚ ਫੈਲਿਆ ਹੋਇਆ? ਇਹ ਸਰ ਟੋਟਲ 13 ਏਕੜ ਜ਼ਮੀਨ ਆ ਜੀ, ਜਿਹਦੇ ਵਿੱਚ 4.5 ਏਕੜ ਉਹ ਉਧਰ ITI ਨੂੰ ਦੇ ਦਿੱਤੀ ਗਈ ਹੈ ਜੀ। ਠੀਕ ਹੈ ਜੀ। ਪਹਿਲਾਂ ਪ੍ਰੋਫੈਸ਼ਨਲ ਸਟੱਡੀ ਕਾਲਜ ਬਣਦਾ ਸੀ, ਹੁਣ ਇਹਨੂੰ ITI 'ਚ ਤਬਦੀਲ ਕਰ ਦਿੱਤਾ ਗਿਆ ਵਾ। ਤੇ ਹੁਣ ਇਹ ਸਾਡੇ ਕੋਲੇ ਜਿਹੜੀ ਇਹ ਵਿਰਾਸਤੀ ਕੋਠੀ ਲਈ ਦਿੱਤੀ ਗਈ ਹੈ ਜ਼ਮੀਨ, ਇਹ 8.5 ਏਕੜ 'ਚ ਆ ਜੀ। 8.5 ਏਕੜ ਹਾਂਜੀ। ਤੇ ਆ ਕੀ ਚੀਜ਼? ਇਹ ਸਰ ਇਹ ਬਣਾਇਆ ਗਿਆ ਵਾ ਸਟੇਜ ਆ ਜੀ। ਵੈਸੇ ਤਾਂ ਇਹਦੇ ਥੱਲੇ ਪੁਰਾਣਾ ਖੂਹ ਆ, ਪਾਣੀ ਦਾ ਨਿਕਾਸ ਇਹਦੇ ਥੱਲੇ ਕੀਤਾ। ਇਹ ਖੂਹ ਦੇ ਉੱਤੇ ਸਟੇਜ ਬਣਾਈ ਗਈ ਆ। ਠੀਕ ਹੈ ਜੀ। ਸਾਹਮਣੇ ਸਟੇਅਰਜ਼ ਦੇਖ ਰਹੇ ਹੋ ਤੁਸੀਂ, ਉਹ ਬਿਲਕੁਲ ਇੱਥੇ ਕਰਨ ਵਾਸਤੇ ਇੱਥੇ ਕੋਈ ਵੀ ਤੁਸੀਂ ਫੰਕਸ਼ਨ ਕਰ ਸਕਦੇ ਹੋ, ਕਿਸੇ ਵੀ ਕਿਸਮ ਦਾ ਸਕੂਲੀ ਬੱਚੇ ਆਪਣਾ ਪ੍ਰੋਗਰਾਮ ਕਰ ਸਕਦੇ ਨੇ। ਜਿਹੜੀ ਸਾਹਮਣੇ ਇਹ ਦੇਖ ਰਹੇ ਹੋ ਤੁਸੀਂ, ਇਹ ਇੱਥੇ 700 ਬੰਦੇ ਦੀ ਗੈਦਰਿੰਗ ਆ। ਇੱਥੇ 700 ਬੰਦਾ ਇਹ ਸਟੇਅਰਜ਼ ਬਣੀਆਂ ਜਿਹੜੀਆਂ, ਇਹਦੇ ਤੇ ਅਸੀਂ 700 ਬੰਦਾ ਗੈਦਰ ਕਰਕੇ ਉਹਨਾਂ ਨੂੰ ਫੰਕਸ਼ਨ ਆਪਦਾ ਕਰ ਸਕਦੇ ਨੇ। ਬਿਲਕੁਲ ਉਹ ਵਿਚਾਲੇ ਇੱਥੇ VIP ਦੀ ਚੇਅਰ ਲੈ ਕੇ, ਉਸੇ ਤਰ੍ਹਾਂ ਪਿੱਛੇ ਵੀ ਜਿਹੜੀ ਹੈ ਤੁਸੀਂ ਇਹ ਸਰ ਇਹ ਨਿਊ ਤਿਆਰ ਕੀਤੀ ਗਈ ਹੈ। ਪਰ ਅਸਲ ਦੇ ਵਿੱਚ ਆਪਾਂ ਆਈਏ ਖੂਹ ਤੇ, ਇਹ ਖੂਹ ਸੀ ਜੀ ਸਰ, ਕਿਉਂਕਿ ਅੰਗਰੇਜ਼ ਅੱਗੇ ਦਰਜਾਬੰਦੀ ਕਰਦੇ ਹੁੰਦੇ ਸੀ ਜੀ। ਇਹ 4 ਕਿੱਲਿਆਂ ਮਗਰ ਇੱਕ ਖੂਹ ਦਿੱਤਾ ਜਾਂਦਾ ਸੀ ਜੀ। ਇਸ ਏਰੀਏ ਦੇ ਵਿੱਚ 3 ਖੂਹ ਪੈਂਦੇ ਨੇ, ਇੱਕੋ ਕਾਲਜ ਵਾਲੀ ਸਾਈਡ, ਇੱਕ ਇਧਰਲੀ ਕਾਰਨਰ ਤੇ ਖੂਹ, ਤਿੰਨ ਖੂਹ ਨੇ, ਤੀਜਾ ਇਹ ਖੂਹ ਆ। ਤੀਜਾ ਇਹ ਹੈ। 2 ਹੈਗੇ ਆ ਜਾਂ ਬੰਦ ਹੋ ਗਏ? ਨਹੀਂ ਹੈਗੇ ਆ ਜੀ ਉਹ ਜੀ। ਠੀਕ ਬਿਲਕੁਲ ਹੈਗੇ। ਤੇ ਉਹ ਹੋ ਗਈ ਮਹਾਰਾਜਾ ਦਲੀਪ ਸਿੰਘ ਜੀ ਦੀ ਯਾਦਗਾਰ। ਜੇ ਮੇਨ ਜਿਹੜੀ ਬਿਲਡਿੰਗ ਆ, ਮੇਨ ਇਮਾਰਤ ਆ, ਯਾਦਗਾਰ ਆ ਮਹਾਰਾਜਾ ਦਲੀਪ ਸਿੰਘ, ਜਿੱਥੇ ਇਹਨਾਂ ਨੂੰ 31 ਦਸੰਬਰ 1849 ਈਸਵੀ ਦੀ ਰਾਤ, ਇੱਕ ਰਾਤ ਇੱਥੇ ਇਹਨਾਂ ਨੂੰ ਠਹਿਰਾਇਆ ਗਿਆ ਸੀ ਜੀ। ਇਹ ਜਿਹੜੀ ਉੱਤੇ ਬਾਦਰਾ ਵਗੈਰਾ ਇਹ ਉਸ ਸਮੇਂ ਦਾ? ਬਿਲਕੁਲ ਸਰ, ਇਹਦੇ ਚ ਕੁਝ ਵੀ ਚੇਂਜ ਨਹੀਂ ਕੀਤਾ ਗਿਆ। ਬਸ ਇਹਦੀਆਂ ਰੂਫਸ ਜਿਹੜੀਆਂ ਬਿਲਕੁਲ ਡਿਸਟਰਾਏ ਹੋ ਚੁੱਕੀਆਂ ਸੀ, ਉਹਨਾਂ ਨੂੰ ਚੇਂਜ ਕੀਤਾ ਗਿਆ, ਉਹਨਾਂ ਤੇ ਪਾਇਆ ਗਿਆ ਨਵਾਂ। ਉਹ ਪਰ ਸਟਰਕਚਰ ਸੇਮ ਆ, ਡਾਟਾਂ ਪਾਈਆਂ ਸੀ, ਹੁਣ ਵੀ ਡਾਟਾਂ ਹੀ ਪਾਈਆਂ ਨੇ। ਬਿਲਕੁਲ। ਚੱਲ ਗਏ ਮੜਾ ਜਾ ਦੇਖੀ। ਆਓ ਸਰ। ਇਹ ਜੀ ਇੱਥੇ ਕਹਿੰਦੇ ਵੀ ਭਾਰੀ ਜੰਗਲ ਵੀ ਹੁੰਦਾ ਸੀ, ਹੈ ਨਾ? ਜੰਗਲ ਇਹ ਸਾਰੇ ਸਰ ਦਰਖਤ ਸਫਾਈ ਕਰਕੇ, ਪਹਿਲਾਂ ਜੰਗਲ ਸੀ, ਬਹੁਤ ਵੱਡੇ ਦਰਖਤ ਸੀ, ਇੰਨੇ ਵੱਡੇ ਸੀ, ਕਈ ਵਾਰੀ ਤਾਂ 3 ਬੰਦਿਆਂ ਤੋਂ ਵੀ ਜੱਫਾ ਨਹੀਂ ਸੀ ਪੈਂਦਾ। ਇੰਨੇ ਪੁਰਾਣੇ ਦਰਖਤ। ਹਾਂ, ਪ੍ਰਾਚੀਨ ਦਰਖਤ ਪਿੱਛੇ ਤੁਹਾਨੂੰ ਦਿਖਾਵਾਂਗੇ ਵੀ, ਪ੍ਰਾਚੀਨ ਦਰਖਤ ਪਿੱਛੇ ਇੱਕ ਤੁਹਾਨੂੰ ਦਰਖਤ ਦਿਖਾਵਾਂਗੇ ਜਿਹੜਾ ਕਿ ਸਿੰਬਲ ਦਾ ਰੁੱਖ, ਜਿਹਦੀ ਕਿ ਗੁਰੂ ਨਾਨਕ ਦੇਵ ਜੀ ਨੇ ਮਹਾਨਤਾ ਦਿੰਦੇ ਹੋਏ ਬੰਦੇ ਨੂੰ ਸਮਝਾਇਆ, ਮਹਾਨਤਾ ਤਾਂ ਉਹਦੀ ਕੋਈ ਨਹੀਂ। ਉਹ ਕਹਿੰਦੇ ਸਿੰਬਲ ਰੁੱਖ ਸਰਾਇਰਾ, ਅੱਤ ਦੀ ਰਗਤ ਮੱਚ, ਫਲ ਫਿੱਕੇ ਫੁੱਲ ਬਕਬਕੇ, ਕੰਮ ਨਾ ਆਵੇ ਪੱਤ, ਉਹ ਜੇ ਆਵੇ ਆਸ ਕਰ, ਜਾਏ ਨਿਰਾਸੇ ਘੱਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ। ਵੀ ਉਹ ਸਿੰਬਲ ਦਾ ਰੁੱਖਾ ਲੰਮਾ ਚੌੜਾ ਹੁੰਦਾ ਜੀ, ਡੂੰਘਾ ਵੀ ਬਹੁਤ ਹੁੰਦਾ, ਚੌੜਾ ਵੀ ਬਹੁਤ ਹੁੰਦਾ, ਪੱਤੇ ਫੁੱਲ ਇਹਦੇ ਕੰਮ ਨਹੀਂ ਆਉਂਦੇ, ਕਿਸੇ ਕੰਮ ਨਹੀਂ ਆਉਂਦੇ ਜੀ। ਠੀਕ ਆ। ਜਿਹੜਾ ਮੈਂ ਆਈਏ ਆਪਾਂ ਅੰਦਰਲੇ ਪਾਸੇ ਤੇ ਜਾ ਕੇ ਦੇਖੀ, ਜਿਵੇਂ ਆ ਗੈਲਰੀ ਦੇ ਵਿੱਚ ਦੇਖੋਗੇ ਨਾ ਤੁਸੀਂ, ਆ ਤਸਵੀਰਾਂ ਪੁਰਾਣੀਆਂ, ਇਹਨਾਂ ਦੇ ਸੰਨ ਲਿਖੇ ਹੋਏ ਨੇ। ਬਿਲਕੁਲ ਜੀ। ਕੀ ਇਹ ਇਹਨਾਂ ਸਮਿਆਂ ਦੇ ਵਿੱਚ ਇਹ ਬਣੀ ਸੀ? ਬਿਲਕੁਲ। ਇਹ ਨਹੀਂ, ਇਹ ਦਰਸਾ ਰਹੇ ਨੇ ਜਿੱਦਾਂ 1838 ਦੇ ਵਿੱਚ, ਉਧਰ ਕੈਮਰਾਮੈਨ ਨੂੰ ਮੈਂ ਚਾਹਾਂਗਾ ਦਿਖਾਓ, 1838 ਚ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ, ਉਹ ਸੰਕੇਤ ਦਿੰਦਾ ਜੀ। ਠੀਕ ਹੈ ਜੀ। ਇਹ ਸਨ ਨਾਲ ਤਸਵੀਰਾਂ ਤੇ ਵੀ ਲਿਖਿਆ ਵੀ ਕਿਸ ਟਾਈਮ ਦੀ ਤਸਵੀਰ ਆ ਇਹ 1870 ਤੋਂ ਲਾਹੌਰ ਦਾ ਕਿਲਾ, ਜਿਹੜਾ ਲਾਹੌਰ ਦੇ ਵਿੱਚ ਅੱਜ ਕਿਲਾ ਵਾ, ਉਹਦੀ 1870 ਈਸਵੀ ਦੀ ਤਸਵੀਰ ਖਿੱਚੀ ਗਈ ਹੈ ਜੀ। ਬਿਲਕੁਲ। ਇਹ 1838 ਈਸਵੀ ਚ ਪੇਂਟਿੰਗ ਤਿਆਰ ਕੀਤੀ ਗਈ ਆ ਐਲਫਰਡ ਡੀ ਡਰੌਕਸ ਦੇ ਦੁਆਰਾ ਜੀ। ਠੀਕ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦਾ ਚਿੱਤਰ ਇਹ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਜਿਹੜੀ ਸਟੈਂਪ ਚੱਲਦੀ ਸੀ, ਮੋਹਰ, ਅਕਾਲ ਸਹਾਏ ਰਣਜੀਤ ਸਿੰਘ ਜੀ। ਅਕਾਲ ਸਹਾਏ ਰਣਜੀਤ ਸਿੰਘ ਜੀ ਸਾਡੀ ਮੋਹਰ ਸੀ ਕਿਸੇ ਸਮੇਂ। ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮੋਹਰ ਆ ਜੀ, ਜਿਵੇਂ ਅੱਜ ਕੱਲ ਗਵਰਨਮੈਂਟ ਆਫ ਇੰਡੀਆ ਲੱਗਦਾ। ਇਹ ਦੇਖੋ ਮਹਾਰਾਜਾ ਦਲੀਪ ਸਿੰਘ ਛੋਟੀ ਉਮਰ ਦੇ ਵਿੱਚ 1850 ਈਸਵੀ ਦੀ ਤਸਵੀਰ ਆ ਇਹ ਜੀ। ਉਹ ਸੱਤ ਤੇ ਬੈਠੇ, ਰਫਲ ਫੜੀ ਹੋਈ ਸੱਤ ਤੇ ਬੈਠੇ ਨੇ ਜੀ। ਬਿਲਕੁਲ।
ਇਹ ਕਿਲੇ ਦਾ ਜਦੋਂ ਪਹਿਲਾਂ ਅੰਗਰੇਜ਼ ਸਿੱਖ ਯੁੱਧ ਹੋਇਆ ਸੀ, ਅੰਗਰੇਜ਼ ਸਿਪਾਹੀਆਂ ਦੇ ਲਾਹੌਰ ਦੇ ਨਾਲ ਮਹਿਲ ਵਿੱਚ ਜਾਂਦੇ ਹੋਏ ਆ ਦੇਖੋ, ਪਹਿਲਾ ਐਂਗਲੋ ਸਿੱਖ ਯੁੱਧ ਦੇ ਵਿੱਚ ਹਾਰ ਦੇ ਕਾਰਨ ਉਦੋਂ ਕਬਜ਼ਾ ਕਰਦੇ ਹੋਏ ਅੰਗਰੇਜ਼, ਉਸ ਟਾਈਮ ਦੀ ਤਸਵੀਰ ਦਿਖਾਈ ਗਈ ਆ। ਇਹ ਮਹਾਰਾਜਾ ਦਲੀਪ ਸਿੰਘ ਜੀ ਨੂੰ ਜਦੋਂ ਆਪਣੇ 1857 ਈਸਵੀ ਚ ਕਬਜ਼ਾ ਹੋਇਆ ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਇਹ ਕੀ ਆ, ਯੁੱਧ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਜੀ ਨੂੰ ਕੋਲੇ ਆਏ ਸੀ ਸਰ ਹੈਨਰੀ ਲਾਰਡ ਹਾਰਡਿੰਗ ਸੀ ਉਦੋਂ ਗਵਰਨਰ, ਇਹਨੂੰ ਮਿਲਣ ਆਏ ਸੀ, ਇਹਨਾਂ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਕਸਟਡੀ ਚ ਲਿਆ, ਸਮਝ ਲਓ। ਉਦੋਂ ਬਾਅਦ ਇਸ ਤੋਂ ਬਾਅਦ ਇਹ 1846-47 ਈਸਵੀ ਦੇ ਵਿੱਚ ਤੋਂ ਪਹਿਲਾਂ ਬਾਅਦ ਦੀ ਤਸਵੀਰ ਆ, ਜਦੋਂ ਆਪਾਂ ਹਾਰ ਗਏ, ਉਹਨਾਂ ਦਾ ਇੱਕ ਵਾਰੀ ਰਾਜ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਮੁੜ ਬਹਾਲ ਕਰਦੇ ਹੋਏ ਜਦੋਂ ਇਹਨਾਂ ਨੂੰ ਰਾਜ ਤੇ ਬਿਠਾਇਆ, ਬਹਾਲ ਕਰਦੇ ਹੋਏ ਇਹਨਾਂ ਨੇ, ਕਿਉਂਕਿ ਅੰਗਰੇਜ਼ਾਂ ਨੇ ਮਹਾਰਾਣੀ ਜਿੰਦ ਕੌਰ ਨਾਲ ਇੱਕ ਸੰਧੀ ਕੀਤੀ ਸੀ ਕਿ ਜਦੋਂ ਤੁਹਾਡਾ ਬੇਟਾ 18 ਸਾਲ ਦਾ ਹੋ ਗਿਆ ਅਸੀਂ ਉਹਨਾਂ ਨੂੰ ਸਾਰਾ ਕੁਝ ਵਾਪਸ ਕਰ ਦੇਵਾਂਗੇ, ਪਰ ਉਹ ਦਿੱਤਾ ਨਹੀਂ, ਉਹ ਮੁਨਕਰ ਹੋ ਗਏ ਸੀ। ਇਹਨਾਂ ਨੂੰ ਦੁਬਾਰਾ ਬਹਾਲ ਕੀਤਾ, ਮੁੜ ਬਹਾਲ ਕੇ ਰਾਜਾ ਇਹ ਰਹੂਗਾ, ਚੱਲੂਗੀ ਸਾਡੀ ਜੀ। ਇਹ ਉਹੀ ਹਾਲ ਆ ਵੀ ਜਿੱਥੇ ਕਿਸੇ ਸਮੇਂ ਮਹਾਰਾਜਾ ਦਲੀਪ ਸਿੰਘ ਜੀ ਹੁਣੀ ਗੁਜ਼ਰਦੇ ਰਹੇ ਸੀ ਤੇ ਉਹੀ ਛੋਟੀ ਅੱਟ ਚੂਨੇ ਤੇ ਗੁੜ ਦੇ ਨਾਲ ਬਣੀ ਹੋਈ ਹੈ। ਬਿਲਕੁਲ ਸਰ, ਬਿਲਕੁਲ ਇਮਾਰਤਾਂ ਬਿਲਕੁਲ ਉਸੇ ਤਰ੍ਹਾਂ ਨੇ। ਬਿਲਕੁਲ ਇਹ ਸਾਰੀ ਤੁਸੀਂ ਇਮਾਰਤ ਦੇ ਬਾਹਰ ਗੈਲਰੀ ਦੇਖ ਰਹੇ ਹੋ, ਅੰਦਰ ਮਿਊਜ਼ੀਅਮ ਆ, ਤੁਸੀਂ ਜਿਹਦੇ ਵਿੱਚ ਆਪਾਂ ਇਤਿਹਾਸ ਦੱਸਿਆ ਉੱਥੇ ਦੇਖ ਵੀ ਸਕਦੇ ਹੋ। ਇਹ ਹੈ ਜੀ 1847 ਈਸਵੀ ਦੀ ਸੇਖੂਪੁਰਾ ਕਿਲਾ, ਇਹ ਲਾਹੌਰ ਦੇ ਵਿੱਚ ਅੱਜ ਵੀ ਮੌਜੂਦ ਆ, ਜਿੱਥੇ ਮਹਾਰਾਣੀ ਜਿੰਦ ਕੌਰ ਨੂੰ ਪਹਿਲੀ ਵਾਰ ਕੈਦ ਕੀਤਾ ਗਿਆ। ਅੱਛਾ, ਪਹਿਲੀ ਵਾਰੀ ਕੈਦ ਇਸ ਕਿਲੇ 'ਚ ਕਰਕੇ ਰੱਖਿਆ ਗਿਆ, ਬੰਦੀ ਬਣਾ ਕੇ। ਬਿਲਕੁਲ ਜੀ। ਦਰਸ਼ਕੋ, ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਕੱਲੇ ਨਿਸ਼ਾਨ ਨੂੰ, ਭਾਵੇਂ ਉਹ ਪਾਕਿਸਤਾਨ ਦੇ ਵਿੱਚ ਆ, ਭਾਵੇਂ ਉਹ ਲੰਡਨ ਦੇ ਵਿੱਚ ਆ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉੱਥੇ ਜਾ ਕੇ ਦਿਖਾਉਣ ਦੀ। ਇਹ ਹੈ ਜੀ ਮਹਾਰਾਜਾ ਦਲੀਪ ਸਿੰਘ ਦੇ ਓਰੀਜਨਲ ਸਿਗਨੇਚਰ, ਇਹ ਸਾਡੇ ਸਰਦਾਰ ਦੇ ਸਿਗਨੇਚਰ। ਬਿਲਕੁਲ ਜੀ, ਮਹਾਰਾਜਾ ਦਲੀਪ ਸਿੰਘ ਦੇ, ਮਹਾਰਾਜਾ ਦਲੀਪ ਸਿੰਘ ਦੇ ਓਰੀਜਨਲ ਸਿਗਨੇਚਰ ਨੇ ਇਹ। ਜੂਅਰਜ ਅਫੈਕਸ਼ਨੇਟਲੀ ਦਲੀਪ ਸਿੰਘ ਲਿਖਿਆ ਹੈ। ਦਲੀਪ ਸਿੰਘ DU ਦੇ ਨਾਲ ਲਿਖਦੇ ਸੀ ਵੀ ਇਹ ਸਾਈਨ ਸੀ ਸਾਡੇ ਮਹਾਰਾਜੇ ਦੇ, ਸਾਡੇ ਸਰਦਾਰ ਦੇ। ਇਹ ਹੈ ਜੀ ਲਾਹੌਰ ਤੋਂ ਫਤਿਹਗੜ੍ਹ ਦਾ ਰੂਟ ਬਣਾਇਆ ਹੈ ਜੀ, ਵੀ ਲਾਹੌਰ ਤੋਂ ਫਤਿਹਗੜ੍ਹ ਤੱਕ ਕਿੱਦਾਂ ਇਹਨਾਂ ਦਾ ਕਾਫਲਾ, ਜਦੋਂ ਮਹਾਰਾਜਾ ਦਲੀਪ ਸਿੰਘ ਜੀ ਨੂੰ 21 ਦਸੰਬਰ 1849 ਈਸਵੀ ਨੂੰ ਕਾਫਲਾ ਲੈ ਕੇ ਤੁਰਿਆ, ਇਹਨਾਂ ਨੂੰ ਜਲਾਵਤਨ ਕਰਨਾ ਸੀ, ਜਿੱਦਾਂ ਲਾਹੌਰ ਤੋਂ ਲੈ ਕੇ ਤੁਰਿਆ, ਲਾਹੌਰ ਤੋਂ ਫਿਰੋਜ਼ਪੁਰ ਪਹੁੰਚੇ, ਫਿਰ ਇੱਥੇ ਵਸੀਆਂ ਕੋਠੀ ਆਏ ਜਿੱਥੇ ਅੱਜ ਅਸੀਂ ਖੜੇ ਹਾਂ। ਉਸ ਤੋਂ ਬਾਅਦ ਮਲੇਰਕੋਟਲੇ ਤੋਂ ਬਾਅਦ ਪਟਿਆਲਾ, ਫਿਰ ਅੰਬਾਲਾ, ਫਿਰ ਮੁਲਾਣਾ, ਸਹਾਰਨਪੁਰ, ਮੁਜ਼ੱਫਰਨਗਰ, ਮੇਟ ਤੇ ਫਿਰ ਐਂਡ ਦੇ ਵਿੱਚ ਇਹਨਾਂ ਦਾ ਸੀ ਫਤਿਹਗੜ੍ਹ ਯੂਪੀ ਦੇ ਵਿੱਚ, ਜਿੱਥੇ ਇਹਨਾਂ ਨੂੰ 3 ਤੋਂ 4 ਸਾਲ ਦੇ ਸਮੇਂ ਦਰਮਿਆਨ ਰੱਖਿਆ ਗਿਆ। ਡੇਟਾ ਮੁਤਾਬਕ ਸਾਰਾ ਕੁਝ ਦੱਸਿਆ ਵੀ ਇੱਥੇ 29 ਦਸੰਬਰ 1849 ਈਸਵੀ ਨੂੰ ਲਾਹੌਰ ਤੋਂ ਲੈ ਕੇ ਤੁਰੇ। 11 ਸਾਲ 3 ਮਹੀਨੇ 15 ਦਿਨ ਦੇ ਸੀ ਮਹਾਰਾਜਾ ਦਲੀਪ ਸਿੰਘ ਜੀ ਜਦੋਂ ਇਹਨਾਂ ਨੂੰ ਕਾਫਲਾ ਲੈ ਕੇ ਤੁਰਿਆ ਸੀ। ਜੀ ਮੈਂ ਨਾ ਇੱਥੇ ਬੇਨਤੀ ਕਰੂੰਗਾ ਦਰਸ਼ਕੋ, ਤੁਸੀਂ ਨਾਲ ਦੀ ਨਾਲ ਦੇਖਦੇ ਰਹੇ ਹੋ, ਰਾਏਕੋਟ ਬਸੀਆਂ ਲੁਧਿਆਣੇ ਜ਼ਿਲ੍ਹੇ 'ਚ ਪੈਂਦਾ ਨਾ। ਬਿਲਕੁਲ ਜੀ। ਤੇ ਇੱਥੇ ਪੈਂਦਾ, ਤੁਸੀਂ ਆ ਕੇ ਜਾਇਓ ਯਾਰ, ਹੁਣ ਕੱਲੀ ਗੱਲ ਦੱਸਣ ਲੱਗ ਜਗੇ ਤਾਂ ਬਹੁਤ ਸਮਾਂ ਵੀ ਲੱਗ ਜੂਗਾ। ਬਿਲਕੁਲ ਜੀ। ਪਰ ਤੁਸੀਂ ਤੁਹਾਡਾ ਫਰਜ਼ ਬਣਦਾ, ਤੁਸੀਂ ਆਪਦੇ ਬੱਚਿਆਂ ਨੂੰ ਲਾਜ਼ਮੀ ਲੈ ਕੇ ਆਓ। ਤੇ ਇਸ ਤੋਂ ਬਿਨਾਂ ਜੀ ਪੁਰਾਣੇ ਦਰਖਤ ਕਿਹੜੇ ਨੇ? ਪੁਰਾਣੇ ਦਰਖਤ ਦੇਖੋ ਪਿੱਛੇ ਸਾਡੇ ਦਿਖਾਣਗੇ ਭਾਈ ਸਾਹਿਬ, ਇਹ ਪੁਰਾਣੀ ਹੈ ਜੀ, ਪ੍ਰਾਚੀਨ ਜੀ, ਇਹ ਵੀ ਪ੍ਰਾਚੀਨ ਆ, ਇਹਨੂੰ ਅਸੀਂ ਤਰਵੈਣੀ ਕਹਿੰਦੇ ਆ ਜੀ। ਇਹਦੇ ਚੋਂ ਹੀ ਤਿੰਨ ਦਰਖਤ ਨਿਕਲਦੇ ਆ ਜੀ, ਇਹ ਚੋਂ ਜੀ, ਪਿੱਪਲ, ਨਿੰਮ ਤੇ ਬੋੜ। ਬਿਲਕੁਲ ਜੀ, ਇਹਨੂੰ ਤਰਵੈਣੀ ਆ, ਤਰਵੈਣੀ ਲੱਗੀ ਹੋਈ ਆ ਪੁਰਾਣੀ, ਹੈ ਨਾ, ਆਪਦੇ ਵਿੱਚ ਜਿਹੜਾ। ਬਿਲਕੁਲ ਜੀ, ਇਹ ਵੀ ਆਪਦੇ ਇਤਿਹਾਸ ਦੀ ਗਵਾਹੀ ਭਰਦੀਆਂ, ਹੈ ਨਾ। ਇਹ ਸਰ ਜੀ ਸਾਨੂੰ ਕੀ ਪਤਾ, ਅਸੀਂ ਇੱਥੇ ਤੱਕ ਪਹੁੰਚ ਗਏ, ਸਾਨੂੰ ਪਤਾ ਨਹੀਂ ਕੀ ਆ, ਸਾਨੂੰ ਇਤਿਹਾਸ ਰਾਹੀਂ ਦੱਸਿਆ ਜਾ ਰਿਹਾ ਵੀ ਆਹ ਚੀਜ਼ ਆ ਸੀ, ਪਰ ਆਹ ਦੇਖੇ ਤੇ ਪ੍ਰੈਕਟੀਕਲ ਪਰ ਕਰਨ ਤੇ ਹੀ ਪਤਾ ਲੱਗਦਾ ਸਾਨੂੰ ਵੀ ਕੀ ਚੀਜ਼ ਆ, ਉੱਦਾਂ ਸਾਨੂੰ ਦੱਸੇ ਤੇ ਕੁਝ ਨਹੀਂ ਪਤਾ ਲੱਗਦਾ। ਆਹ ਸਾਹਮਣੇ ਤੁਹਾਡੇ ਜਿਹੜਾ ਵਾ ਰੂਬਰੂ ਦਰਸਾ ਰਿਹਾ ਸਾਡੇ ਜਿਹੜੇ ਇਤਿਹਾਸ ਦੀਆਂ ਤਸਵੀਰਾਂ ਨੇ ਜੀ। ਬਿਲਕੁਲ, ਇਸ ਤੋਂ ਬਿਨਾਂ ਹੋਰ ਕਿਹੜੇ ਪੁਰਾਣੇ ਦਰਖਤ? ਸਭ ਤੋਂ ਬਜ਼ੁਰਗ ਦਰਖਤ ਮੈਂ ਦੇਖਿਆ ਬਿਲਕੁਲ ਉਧਰ ਅੱਗੇ ਆ ਜੀ, ਉਹਨੂੰ ਗੂਲਰ ਦਾ ਦਰਖਤ ਕਹਿੰਦੇ ਨੇ, ਉਹਨੂੰ ਤੁਹਾਨੂੰ ਦਿਖਾਉਣੇ ਆ ਜੀ। ਸਰ ਫਿਰ ਇਹ ਕਾਹਦਾ ਦਰਖਤ ਆ? ਗੂਲਰ। ਸਰ ਜਿੱਦਾਂ ਕਿ ਸਾਰੇ ਪ੍ਰਾਚੀਨ ਦਰਖਤ ਨੇ, ਇਹ ਦੇਖ ਰਹੇ ਹੋ ਤੁਸੀਂ ਸਾਹਮਣੇ ਦਰਖਤ, ਬਹੁਤ ਹੀ ਪ੍ਰਾਚੀਨ ਦਰਖਤ, ਬਜ਼ੁਰਗ ਹੋ ਚੁੱਕਿਆ। ਇਹਦੇ ਵਿੱਚ ਦੇਖੋ ਧਿਆਨ ਨਾਲ, ਮੈਂ ਤੁਹਾਨੂੰ ਉੱਪਰ ਚੜ੍ਹ ਕੇ ਦਿਖਾਵਾਂਗਾ ਜੀ ਕਿ ਇਹਦੇ ਵਿੱਚ ਹੱਥ ਪਾ ਲਓ, ਹੋਲ ਹੋਇਆ, ਇੱਧਰ ਦੀ ਦਿਖਦਾ, ਉੱਧਰ ਦੀ ਨਿਕਲਦਾ ਹੋਲ। ਇਹ ਪ੍ਰਾਚੀਨਤਾ ਇੱਥੋਂ ਦੀ ਦਰਖਤਾਂ ਤੋਂ ਹੀ ਪਤਾ ਲੱਗਦਾ ਕਿ ਇਹ ਕਿੰਨੀ ਪ੍ਰਾਚੀਨ ਆ, ਇੱਥੋਂ ਦੀਆਂ ਬਿਲਡਿੰਗਾਂ ਕਿੰਨੀਆਂ ਪ੍ਰਾਚੀਨ, ਇਤਿਹਾਸ ਦੀ ਗਵਾਹੀ ਭਰਦੀਆਂ ਨੇ। ਇਹਨੂੰ ਗੂਲਰ ਕਹਿੰਦੇ ਨੇ ਜੀ। ਇਹ ਪਿੱਪਲ, ਬਰੋਹਰ, ਬਰੋਟਾ ਉਹਨਾਂ ਦੀ ਨਸਲ ਚੋਂ ਆ, ਇਹਨਾਂ ਨੂੰ ਨਾ ਗੂਲਾਂ ਲੱਗਦੀਆਂ ਨੇ, ਇੱਥੇ ਲੱਗੀਆਂ ਹੋਣਗੀਆਂ, ਜੋ ਬੋੜ ਜਾਂ ਪਿੱਪਲ ਉਹਦੇ ਨਾਲ ਮੋਟੀ ਲੱਗਦੀ ਆ, ਗੋਲਾ ਹੁੰਦੀਆਂ ਨੇ, ਉਹ ਲੱਗੀਆਂ ਹੋਈਆਂ ਵੇਖੋ ਉੱਪਰ ਹਰੀਆਂ ਜੀਆਂ, ਉਹ ਰੈੱਡ ਹੋ ਜਾਂਦੀਆਂ, ਉਹ ਜਦੋਂ ਪੱਕ ਜਾਂਦੀਆਂ ਨੇ। ਆ ਇਹ ਦਰਖਤ ਕਹ ਲੋ ਕਿ ਬਹੁਤ ਘੱਟ ਨੇ ਹੁਣ ਇਸ ਵਕਤ ਪੰਜਾਬ ਦੇ ਵਿੱਚ। ਬਿਲਕੁਲ, ਇਹ ਜਦੋਂ ਗੋਲਾਂ ਪੱਕ ਜਾਂਦੀਆਂ ਨੇ, ਇਹਨੂੰ ਖਾਣ ਨਾਲ ਆਈਸਾਈਟ ਠੀਕ ਹੁੰਦੀ ਆ ਬੰਦੇ ਦੀ। ਬਿਲਕੁਲ, ਮੈਂ ਅੱਗੇ ਸੁਜਿੰਦਰ ਬਾਈ ਨੂੰ ਦੱਸਦਾ ਹੁੰਦਾ ਵੀ ਇਹ ਨਾ ਦਰਖਤ, ਅਸੀਂ ਮੇਰਾ ਵਰਤ ਮੱਧ ਪ੍ਰਦੇਸ਼ ਦਾ, ਉੱਥੇ ਲੱਗੀਆਂ ਹੁੰਦੀਆਂ ਸੀਗੀਆਂ,
ਤੇ ਉੱਥੇ ਲਾਲ ਰੰਗ ਚ ਹੋ ਜਾਂਦੀਆਂ ਤੇ ਖਾਂਦੇ ਵੀ ਐ ਇਹਨੂੰ, ਅਕਸਰ ਅੱਗੇ ਖਾਂਦੇ ਹੁੰਦੇ ਸੀ। ਬਿਲਕੁਲ। ਤੇ ਆਹ ਇਹ ਜੇ ਗੋਲਾਂ ਵਾ ਇਹ ਲਾਲ ਰੰਗ ਹੋ ਜਾਣੇ ਤੇ ਆਕਾਰ ਵੀ ਥੋੜਾ ਜਿਹਾ ਹੋਰ ਵੱਡਾ ਹੋ ਜਾਣਾ। ਇਹਨੂੰ ਖਾਣ ਨਾਲ, ਇਹਨਾਂ ਨਾਲ ਖਾਣ ਨਾਲ ਅੱਖਾਂ ਦੀ ਆਈ ਸਾਈਟ ਠੀਕ ਹੁੰਦੀ ਆ। ਜਿਹੜੇ ਕਹਿੰਦੇ ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਸਾਡੇ ਬੱਚਿਆਂ ਦੇ ਸਪੈਕਟਲਸ ਲੱਗ ਜਾਂਦੀਆਂ ਨੇ, ਜੇ ਉਹ ਥੋੜੀ ਮਾਤਰਾ 'ਚ ਇਹਨੂੰ ਖਵਾਉਣਾ ਸ਼ੁਰੂ ਕਰ ਦੇਣ ਤਾਂ ਉਹਨਾਂ ਦੀ ਅੱਖਾਂ ਦੀ ਜਿਹੜੀ ਰੋਸ਼ਨੀ ਵੀ ਲਾਈਟ ਜਿਹੜੀ ਆ ਵੱਧਦੀ ਆ ਤੇ ਉਹ ਇੱਥੋਂ ਤੱਕ ਕਿ ਸਪੈਕਟਲਸ ਵੀ ਲੈ ਜਾਂਦੀਆਂ ਨੇ। ਮੈਂ ਹੋਰ ਬੇਨਤੀ ਕਰਦੇ ਆ ਵੀ ਹੁਣ ਇਹ ਨਾ ਹੋਵੇ ਵੀ ਆਪਾਂ ਇਸ ਦਰਖਤ ਨੂੰ ਕਿਤੇ ਪੱਤਾ ਤੋੜ ਕੇ ਘਰੇ ਲੈ ਜਾਈਏ। ਇਹ ਤੁਸੀਂ ਆਪਦੇ ਖੇਤ ਕਿਤੇ ਲੈ ਕੇ ਇਹਦੇ ਨਾਲ ਦੀ ਨਸਲ ਲਾਉਣੀ ਆ, ਨਸਲ ਲਾ ਸਕਦੇ ਹੋ। ਹੁਣ ਇਹ ਨਾ ਹੋਵੇ ਵੀ ਤੁਸੀਂ ਇਧਰ ਕੰਨਾਂ ਟੱਪ ਕੇ ਦੀਆਂ ਗੋਲਾਂ ਤੋੜ ਲੈ ਜਾਓ, ਹਨਾ। ਬਾਈ ਜੀ ਅਸੀਂ ਇੱਥੇ ਮੈਂ ਕਹਿਣ ਲੱਗਿਆ ਗਰੇਜ ਨਹੀਂ ਕਰਾਂਗਾ ਜੀ ਕਿ ਅਸੀਂ ਪੱਛਮੀ ਸੱਭਿਅਤਾ ਦੇ ਵਿੱਚ ਇੰਨਾ ਸੱਭਿਆਚਾਰ ਨੂੰ ਆਪਣੇ ਚ ਅਪਣਾ ਲਿਆ ਕਿ ਅਸੀਂ ਆਪਣੀ ਵਿਰਾਸਤ ਨੂੰ ਭੁੱਲ ਗਏ ਆ ਜੀ। ਬਿਲਕੁਲ। ਜਿਹੜੀ ਕਿ ਇੰਨੀ ਵਿਸ਼ਾਲ ਆ, ਇੰਨੀ ਸਾਡੇ ਕੋਲ ਇੰਨੀਆਂ ਜੜੀ ਬੂਟੀਆਂ ਨੇ। ਤੁਹਾਨੂੰ ਮੈਂ ਦੱਸਾਂ ਤਾਂ ਸਾਡੇ ਤੁਰੇ ਜਾਂਦੇ ਹੀ ਜੀ ਇੱਥੇ ਤੁਹਾਨੂੰ ਮੈਂ ਦਿਖਾਉਣਾ, ਪੈਰਾਂ ਦੇ ਥੱਲੇ ਹੀ ਜੜੀ ਬੂਟੀਆਂ ਨੇ। ਆਹ ਦੇਖੋ ਇਹ ਜੜੀ ਬੂਟੀ ਜੀ, ਇਹਨੂੰ ਹਜ਼ਾਰ ਪੱਤੀ ਵੀ ਕਹਿੰਦੇ ਨੇ। ਇਹਨੂੰ ਅੰਗਰੇਜ਼ੀ ਭਾਸ਼ਾ 'ਚ, ਡਾਕਟਰੀ ਭਾਸ਼ਾ 'ਚ ਪਤਾ ਨਹੀਂ ਕੀ ਕਹਿੰਦੇ ਨੇ, ਵੈਦ ਭਾਸ਼ਾ 'ਚ ਹਜ਼ਾਰ ਪੱਤੀ ਵੀ ਕਹਿ ਦਿੰਦੇ ਨੇ ਜੀ। ਇਹ ਓਰੀਜਨਲ ਹੋਣ ਦਾ ਮਾਨਤਾ ਦਿੰਦੀ ਆ ਵੀ ਇਹਦੇ 'ਚੋਂ ਦੁੱਧ ਨਿਕਲਦਾ। ਬਿਲਕੁਲ ਬਾਈ ਜੀ, ਜੇ ਇਹਨੂੰ ਡਾਕਟਰ ਕਹਿ ਦੇਵੇ ਨਾ, ਵੀ ਡਾਕਟਰ ਕਹਿ ਦੇਵੇ ਵੀ ਲੂਜ ਮੋਸ਼ਨ ਹਟਣੀ ਨਹੀਂ ਬੱਚੇ ਨੂੰ, ਹਟੇ ਨਹੀਂ, ਉਹਨੂੰ ਇਹ ਖਵਾ ਦਿਓ, ਲੂਜ ਮੋਸ਼ਨ ਹਟ ਜਾਣ। ਬਿਲਕੁਲ। ਇੱਕ ਉਹ ਦਰਖਤ ਆਪਣੇ ਕੋਲੇ ਪੁਰਾਣਾ, ਇਹ ਜੰਡਾ ਕਿ ਜੰਡੀ ਹੈ ਜੀ, ਇਹ ਜੰਡੀ ਜਿਹੜੇ ਕਿ ਅੱਜ ਸਾਨੂੰ ਉਹੀ ਜੀ ਨਸਲ ਅਲੱਗ ਹੈ, ਉਹੀ ਨਸਲ ਅਲੱਗ ਹੁੰਦੀ ਹੈ ਜੀ। ਉਹਦੇ ਪੱਤੇ ਥੋੜੇ ਚੌੜੇ ਘੱਟ ਹੁੰਦੇ ਆ। ਇਹ ਜੰਡੀ ਇਹਨੂੰ ਜੰਡੀ ਕਹਿੰਦੇ ਨੇ ਜੀ। ਇਹ ਜਿਹੜੇ ਕਿ ਦਰਖਤ ਨੇ, ਇਹ ਸਾਡੇ ਪ੍ਰਾਚੀਨ ਸੱਭਿਆਚਾਰ ਨੂੰ ਵੀ ਦਰਸਾਉਂਦੇ ਨੇ ਤੇ ਜਿਹੜੇ ਅੱਜ ਕੱਲ ਅਲੋਪ ਹੋ ਚੁੱਕੇ ਨੇ। ਬਿਲਕੁਲ। ਇਹ ਦਰਖਤ ਹੈ ਨਹੀਂ ਕਿਤੇ ਸਾਡੀ ਜਿਹੜੀ, ਅਸੀਂ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਅਸੀਂ ਪੱਛਮੀ ਸੱਭਿਆਚਾਰ ਅਪਣਾ ਲਿਆ, ਇਹਨਾਂ ਨੂੰ ਛੱਡ ਕੇ, ਇਹਨਾਂ ਨੂੰ ਕੱਟ ਕੇ। ਦੇਖੋ ਦਰਖਤ ਤਾਂ ਸਾਨੂੰ ਬਹੁਤ ਕੁਝ ਦਿੰਦੇ ਨੇ, ਆਕਸੀਜਨ ਦਿੰਦੇ ਨੇ, ਸਾਰਾ ਕੁਝ ਦਿੰਦੇ। ਅਸੀਂ ਇਹਨਾਂ ਨੂੰ ਕੱਟ ਕੇ ਆਪਦੇ ਆਰਾਮ ਲਈ ਕਿਤੇ ਫਰਨੀਚਰ ਬਣਾ ਲਿਆ, ਕੁਝ ਬਣਾ ਲਿਆ, ਜਦ ਕਿ ਇਹ ਨਸਲਾਂ ਹੀ ਬਿਲਕੁਲ ਖਤਮ ਹੁੰਦੀਆਂ ਜਾ ਰਹੀਆਂ ਨੇ। ਪਰ ਇਹ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਯਾਦਗਾਰ ਐਸੀ ਯਾਦਗਾਰ ਆ ਜਿੱਥੇ ਕਿ ਮੈਂ ਵੀ ਆ ਕੇ ਇਹ ਦੇਖਿਆ ਕਿ ਐਸੇ ਦਰਖਤ ਨੇ ਜਿਹੜੇ ਕਦੇ ਅਸੀਂ ਸੁਣੇ ਵੀ ਨਹੀਂ ਸੀ। ਜੰਡੀ ਨਹੀਂ ਸੁਣਿਆ ਦੀ, ਦੇਖਿਆ ਵੀ ਨਹੀਂ ਜੰਡੀ, ਪਰ ਇੱਥੇ ਆ ਕੇ ਪਤਾ ਲੱਗਿਆ ਕਿ ਜੰਡੀ ਇਸ ਤਰ੍ਹਾਂ ਦੀ ਹੁੰਦੀ ਆ ਤੇ ਇਹ ਸਾਡੀਆਂ ਜਿਹੜੀਆਂ ਵਿਰਾਸਤ ਨੂੰ ਜਿਹੜੀਆਂ ਨੇ ਦਰਸਾਉਂਦੀਆਂ ਚੀਜ਼ਾਂ ਨੇ ਜੀ। ਇੱਕ ਜੀ ਤੁਸੀਂ ਦੱਸਿਆ ਸਿੰਬਲ ਦਾ ਰੁੱਖ, ਸਿੰਬਲ ਦਾ ਦਰਖਤ ਇੱਕ ਤਾਂ ਆਪਾਂ ਪਿੱਛੇ ਛੱਡ ਕੇ ਆਏ, ਇਹ ਵੀ ਸਿੰਬਲ ਆ। ਜਿਹੜਾ ਇਹ ਖੜਾ ਛੋਟਾ ਜਿਹਾ, ਇਹ ਛੋਟਾ, ਇਹ ਵੀ ਸਿੰਬਲ ਆ ਜੀ। ਇੱਕ ਸਾਡੇ ਕੋਲੇ ਪ੍ਰਾਚੀਨ ਦਰਖਤ ਖੜਾ ਉਧਰ, ਸਿੰਬਲ ਦਾ ਦਰਖਤ ਆ, ਉਹਦੀ ਚੜਾਈ ਜਿਹੜੀ ਵ੍ਰੈਥ ਆ ਉਹ 15 ਫੁੱਟ ਚੌੜਾ ਵਾ। ਠੀਕ ਆ। ਜਿਹੜਾ ਕਿ ਉਸ ਟਾਈਮ ਦੀ ਜਿਹੜੀ ਦੱਸ ਰਿਹਾ ਕਿ ਇਹ ਕਿੰਨਾ ਪ੍ਰਾਚੀਨ ਆ ਜੀ। ਬਿਲਕੁਲ। ਉਹ ਵੀ ਤੁਹਾਨੂੰ ਦਿਖਾਉਂਦੇ ਆ ਅਸੀਂ। ਤੇ ਇੱਕ ਉਹ ਹੈਗਾ ਪੁਰਾਣੇ ਦਰਖਤ, ਇਹ ਸਾਰੇ ਇਹ ਵੀ ਪੁਰਾਣੇ ਉਸੇ ਤਰ੍ਹਾਂ ਹੀ ਖੜੇ ਨੇ। ਇਹ ਇਹਨਾਂ ਦੀ ਖੂਬਸੂਰਤੀ, ਜਿਹੜੀ ਇੱਥੋਂ ਦੀ ਖੂਬਸੂਰਤੀ ਨੂੰ, ਵੱਡੀ ਗੱਲ ਵਿਰਾਸਤ ਨੂੰ ਜਿਹੜੀ ਆ ਸ਼ੋਅ ਕਰ ਰਹੇ ਨੇ। ਵਿਰਾਸਤ ਦਿਖਾ ਰਹੇ ਨੇ ਕਿ ਜਿਹੜੇ ਸਾਡੇ ਦਰਖਤ ਅਲੋਪ ਹੁੰਦੇ ਜਾ ਰਹੇ ਨੇ, ਜਿਹੜੀਆਂ ਸਾਡੀਆਂ ਨਸਲਾਂ ਖਤਮ ਹੁੰਦੀਆਂ ਜਾ ਰਹੀਆਂ ਨੇ, ਉਹਨਾਂ ਨੂੰ ਅਸੀਂ ਕਿੱਦਾਂ ਇੱਥੇ ਕਿੱਦਾਂ ਸਾਂਭਿਆ ਹੋਇਆ ਵਾ। ਇਹ ਵੀ ਇੱਕ ਸਤਿਗੁਰ ਦੀ ਮਿਹਰ ਹੀ ਹੁੰਦੀ ਆ ਕਿ ਕਿਸੇ ਚੀਜ਼ ਨੂੰ ਸਾਂਭਣਾ। ਜਿਵੇਂ ਆ ਦਰਖਤ ਹੁਣ ਖਾਤਮੀ ਜੀ ਵੱਲ ਜਾ ਰਿਹਾ ਵਾ, ਕੀ ਇਹਦੇ ਇਲਾਜ ਲਈ ਕੁਝ ਨਹੀਂ? ਇਹਦਾ ਟ੍ਰੀਟਮੈਂਟ ਇੱਕ ਨਾ ਇਧਰਲੀ ਸਾਈਡ ਤੇ ਵੱਡਾ ਸਿੰਬਲ ਦਾ ਦਰਖਤ ਸੀ, ਉਹਦਾ ਪੰਜਾਬ ਐਗਰੀਕਲਚਰ ਦੇ ਮਾਹਰ ਡਾਕਟਰਾਂ ਨੇ ਉਹਦੀ ਟ੍ਰੀਟਮੈਂਟ ਵੀ ਕੀਤੀ ਸੀ, ਉਹਨਾਂ ਤੋਂ ਕਰਵਾਈ। ਇਹ ਟ੍ਰੀਟਮੈਂਟ ਸਦਕਾ ਹੀ ਇੱਥੇ ਤੱਕ ਪਹੁੰਚਿਆ। ਇਹ ਵੀ ਨਹੀਂ, ਹੁਣ ਨੂੰ ਤਾਂ ਇਹ ਵੀ ਬਜ਼ੁਰਗ ਜਿੱਦਾਂ ਹੋ ਚੁੱਕਿਆ, ਇਹ ਵੀ ਆਪਣੀ ਜਿਹੜਾ ਸਰੀਰ ਤਿਆਗ ਦਿੰਦਾ ਤੇ ਉਸ ਤਰ੍ਹਾਂ ਉਹ ਪਰਲਾ ਸਰੀਰ ਤੇ ਆ ਗਿਆ ਸੀਗਾ। ਉਹਦੀ ਜਗ੍ਹਾ ਤੇ ਅਸੀਂ ਨਵਾਂ ਜਿਹੜਾ ਲਗਾਇਆ ਦਰਖਤ ਸਿੰਬਲ ਦਾ। ਪਰ ਕੀ ਆ, ਟ੍ਰੀਟਮੈਂਟ ਕਰਕੇ ਹੀ ਇਹ ਖੜਾ ਜੀ। ਬਿਲਕੁਲ। ਕਿੰਨੀ ਕੁ ਵੈਰਾਈਟੀ ਦੇ ਹੁਣ ਦਰਖਤ ਨੇ ਇੱਥੇ? ਫਿਰ ਕਿਹੜੀ ਵੈਰਾਈਟੀ ਦੇਖੋ ਜੀ, ਇੱਧਰ ਜਾਮਣਾ ਖੜੀਆਂ ਨੇ। ਜਾਮਣਾ ਵੀ ਬਹੁਤ ਪੁਰਾਣੀਆਂ ਨੇ, ਉੱਪਰੋਂ ਦੇਖੋ ਬਜ਼ੁਰਗ ਹੋ ਚੁੱਕੀਆਂ ਨੇ, ਆਪਣੇ ਸਰੀਰ ਦਾ ਉਹਨਾਂ ਨੇ ਜਿਹੜੀ ਚਮੜੀ ਵੀ ਤੋੜਨੀ ਸ਼ੁਰੂ ਕਰ ਦਿੱਤੀ ਆ। ਠੀਕ ਹੈ ਜੀ। ਇਹ ਪ੍ਰਾਚੀਨ, ਇਹ ਸਾਰੇ ਪ੍ਰਾਚੀਨ, ਸਾਰੇ ਦਰਖਤ ਪ੍ਰਾਚੀਨ ਨੇ। ਠੀਕ ਹੈ ਜੀ। ਇੱਥੋਂ ਤੱਕ ਕਿ ਜਿਹੜੀਆਂ ਆਪਣੇ ਖੰਜੂਰਾਂ ਨੇ ਉਹ ਵੀ ਪੁਰਾਣੀਆਂ ਨੇ। ਖਜੂਰਾਂ ਵੀ ਪੁਰਾਣੀਆਂ ਨੇ ਜੀ। ਮਤਲਬ ਜਿੰਨੇ ਵੀ ਪੁਰਾਣੇ ਦਰਖਤ ਆ ਉਹ ਸਾਰੇ ਤੁਸੀਂ ਇੱਥੇ ਸਾਂਭੇ ਹੋਏ ਆ। ਇਤਿਹਾਸ ਦੇ ਨਾਲ ਤੁਸੀਂ ਦਰਖਤ ਵੀ ਸਾਂਭਿਆ। ਦਰਖਤ ਵੀ ਇੱਕ ਇਤਿਹਾਸ ਨੇ ਆਪਦਾ। ਬਿਲਕੁਲ ਸਰ। ਜਿਹੜੇ ਦਰਖਤ ਨੇ ਨਾ, ਇਹੀ ਸਾਡੇ ਇਤਿਹਾਸ ਨੂੰ ਬਿਆਨ ਕਰਦੇ ਨੇ, ਇਹੀ ਸਾਡੀ ਵਿਰਾਸਤ ਨੂੰ ਦੱਸਦੇ ਨੇ ਵੀ ਅਸੀਂ ਇਹ ਵਿਰਾਸਤ ਆ ਜਿਹੜੀ, ਇਹ ਜਿਵੇਂ ਮੰਨ ਲਓ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਜਿਹੜੇ ਦਰਖਤ ਨੇ ਨਾ, ਉਹ ਉਹਨਾਂ ਦੀ ਇਤਿਹਾਸ ਨੂੰ ਵਰਣਨ ਕਰਦੇ ਹੁੰਦੇ ਆ ਵੀ ਅਸੀਂ ਇੱਥੋਂ ਦੀ ਜਿਹੜੀਆਂ ਬਿਲਡਿੰਗਾਂ ਨੇ ਉਹ ਕਿੰਨੀਆਂ ਪੁਰਾਣੀਆਂ ਨੇ, ਅਸੀਂ ਕਿੰਨੇ ਪੁਰਾਣੇ ਆ, ਉਹੀ ਦੱਸਦੇ। ਹੁਣ ਦੇਖੋ, ਮੰਨ ਲਓ ਮੈਂ ਆ, ਮੇਰੀ ਤਾਂ 40 ਸਾਲ ਦੀ ਉਮਰ ਆ, ਮੈਨੂੰ ਕੀ ਪਤਾ ਵੀ ਕੀ ਸੀਗਾ ਇਹ।
ਬਿਲਕੁਲ ਇਹਨਾਂ ਦੀ ਦਰਖਤਾਂ ਦੇ ਕਾਰਨ ਹੀ ਮੈਨੂੰ ਪਤਾ ਲੱਗ ਰਿਹਾ ਕਿ ਇਹ ਜਿਹੜੀਆਂ ਬਿਲਡਿੰਗਾਂ ਨੇ, ਇਹ ਬਿਲਡਿੰਗਾਂ ਦੇ ਕਾਰਨ ਹੀ ਪਤਾ ਲੱਗ ਰਿਹਾ ਕਿ ਇਹ ਜਿਹੜਾ ਵਾ ਬਹੁਤ ਹੀ ਵਿਰਾਸਤੀ ਹੈ। ਕਿਉਂਕਿ ਜਦੋਂ ਘਰ ਬਣਾਇਆ ਜਾਂਦਾ ਸੀ ਅੱਗੇ ਦਰਖਤ ਪਹਿਲਾਂ ਉਹਦੇ ਨਾਲ ਹੀ ਲੱਗਦਾ ਜਾਂਦਾ ਸੀ। ਬਿਲਕੁਲ ਜੀ। ਤੇ ਉਹਦੇ ਨਾਲ ਬਰਾਬਰ ਫਿਰ ਘਰ ਤੇ ਪਰਿਵਾਰ ਤੇ ਬਜ਼ੁਰਗ ਹੋ ਤੁਰੇ ਜਾਂਦੇ ਸੀ, ਦਰਖਤ ਉਵੇਂ ਉਹਦਾ ਗਵਾਹ ਬਣ ਕੇ ਖੜਾ ਰਹਿੰਦਾ ਸੀ। ਬਿਲਕੁਲ ਜੀ। ਤੇ ਇੱਕ ਤੁਹਾਨੂੰ ਦਿਖਾਵਾਂਗੇ, ਸਾਡੇ ਕੋਲੇ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਆ, ਹਰਬਲ ਗਾਰਡਨ ਲਗਾਇਆ ਜਿਹਦੇ ਚ ਛੋਟੀਆਂ ਜਿਹੀਆਂ ਥੋੜੀਆਂ ਜੜੀ ਬੂਟੀਆਂ ਰੱਖੀਆਂ ਗਈਆਂ ਨੇ। ਹਰਬਲ ਗਾਰਡਨ ਹਾਂਜੀ। ਇਹ ਆਜੋ ਬਈ ਹਰਬਲ ਗਾਰਡਨ ਵੀ ਆਪਾਂ ਦੇਖ ਆਈਏ। ਹਾਂਜੀ, ਹਰਬਲ ਗਾਰਡਨ ਹੈ, ਇਹ ਛੋਟਾ ਜਿਹਾ ਹਰਬਲ ਗਾਰਡਨ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਊਂਗਾ ਕਿ ਇਹਨੂੰ ਹੱਥ ਲਾਓ, ਲਾਓ, ਟੱਚ ਕਰੋ ਇਹਨੂੰ ਜੀ। ਬਸ ਹੁਣ ਇਹਨੂੰ ਸਮੈਲ ਕਰੋ। ਮਸਾਲੇ ਦੀ ਸਮੈਲ ਇਹ ਅਜਵੈਣ ਹੈ ਜੀ, ਇਹ ਦੇਸੀ origignal ਅਜਵੈਣ ਆ। origignal ਅਜਵੈਣ ਬਈ, ਕਿਉਂ ਮੰਨਦੇ ਆ ਕਿ ਨਹੀਂ ਮੰਨਦੇ ਗੱਲ ਨੂੰ? ਲਾ ਕੇ ਦੇਖੋ ਹੱਥ, ਤੁਸੀਂ ਵੀ ਲਾ ਕੇ ਦੇਖੋ ਭਾਈ ਸਾਹਿਬ ਹੱਥ। ਤੇ ਇਹ ਫਿਰ ਕਿਵੇਂ ਵਰਤਦੇ ਆ? ਇਹ ਪੱਤਾ ਤੋੜ ਕੇ, ਇਹਨੂੰ ਪੱਤਿਆਂ ਨੂੰ ਤੋੜ ਕੇ ਪਾਣੀ 'ਚ ਉਬਾਲ ਕੇ ਉਬਾਲ ਲੈਣਾ। ਕਿਲੋ ਪਾਣੀ ਜਦੋਂ 100 ਗ੍ਰਾਮ ਰਹਿ ਗਿਆ, ਉਹਦੇ ਵਿੱਚ ਜੀਰਾ ਪਾ ਲਓ, ਕਾਲਾ ਨੂਣ ਪਾ ਲਓ। ਉਹਨੂੰ ਪਾ ਕੇ ਖਾਲੀ ਪੇਟ ਖਾਣ ਨਾਲ ਪੇਟ ਦੀ ਕੋਈ ਬਿਮਾਰੀ ਨਹੀਂ ਰਹਿੰਦੀ। ਕਮਾਲ ਦੀ ਚੀਜ਼ ਆ। ਤੇ ਇੱਥੋਂ ਤੱਕ ਕਿ ਜੇ ਕਿਸੇ ਦਾ ਮੋਟਾਪਾ ਵੀ ਆ ਉਹ ਵੀ ਠੀਕ ਹੁੰਦਾ ਇਹਦੇ ਨਾਲ। ਬਸ ਇਹ ਮਿਲਦਾ ਕਿੱਥੋਂ ਆ ਬੂਟਾ? ਇਹ ਤੁਸੀਂ ਇੱਥੋਂ ਲੈ ਜਾਓ, ਇਹਦੀ ਇੰਨੀ ਇੱਕ ਕਲਮ ਲਾ ਦਿਓ, ਇੱਥੋਂ ਹੀ ਵੱਡਾ ਹੋ ਜਾਣਾ। ਇੱਕ ਹੀ ਬੂਟਾ ਇੱਥੇ ਮੰਨ ਲਓ, ਮੈਂ ਫੇਰ ਬੇਨਤੀ ਕਰੂੰਗਾ, ਇੱਕ ਹੀ ਬੂਟਾ ਇੱਥੇ, ਆਪਾਂ ਪੱਤਾ ਕਰਕੇ ਨਹੀਂ ਤੋੜਨਾ। ਇੱਥੋਂ ਆਪਾਂ ਕਿਸੇ ਨੇ ਨਹੀਂ ਲੈ ਕੇ ਜਾਣਾ ਯਾਰ, ਇੱਥੇ ਹੀ ਲੱਗਾ ਰਹਿਣ ਦੇਣਾ। ਠੀਕ ਹੈ ਨਾ, ਆਪਾਂ ਕਟਾਣੀ ਲੈ ਕੇ ਜਾਣੀ ਹੈ ਨਾ, ਆਪਾਂ ਕੁਛ ਵੀ ਨਹੀਂ ਲੈ ਕੇ ਜਾਣਾ ਬਾਈ ਜੀ, ਮੈਂ ਵੀ ਨਹੀਂ ਲੈ ਕੇ ਜਾਣਾ। ਨਹੀਂ ਠੀਕ ਹੈ ਜੀ, ਠੀਕ ਹੈ, ਕਿਉਂਕਿ ਇਹ ਲੈ ਕੇ ਤਾਂ ਫਿਰ ਬਈ ਆਪਾਂ ਕਿੱਥੋਂ ਲੱਭਦੇ ਫਿਰਾਂਗੇ? ਇਹ ਸੋਹਣਾ ਲੱਗਦਾ। ਇਹ ਪਤਾ ਸੋਹਣਾ ਨਹੀਂ, ਹਾਂ, ਇਹ ਤੁਸੀਂ ਲਾਓਗੇ ਤਾਂ ਇਹ ਵੱਧ ਜਾਣਾ ਅੱਗੇ। ਅੱਛਾ, ਵੱਧ ਜਾਣਾ। ਇਹ ਨਹੀਂ ਹੈਗਾ ਵੀ ਨਹੀਂ ਵਧਣਾ, ਇਹ ਵਧਣਾ ਵਾ। ਇਹ ਅਸੀਂ ਵੀ ਕਿਸੇ ਤੋਂ ਲਿਆ ਕੇ ਲਾਇਆ, ਇੱਕ ਕਲਮ ਹੀ ਲਾਈ ਸੀ। ਕਲਮ ਦੀ ਉਹੀ ਨਾ ਖੁਰਚ ਕੇ ਲੈ ਜਾਣੇ ਇੱਥੋਂ? ਨਹੀਂ ਖੁਰਚ ਕੇ ਨਹੀਂ, ਇਹ ਆਪੇ ਆਪ ਅੱਗੇ ਵਧੀ ਜਾਂਦਾ ਹੈ। ਠੀਕ ਆ ਜੀ। ਅੱਗੇ ਹੋਰ ਕਿਹੜੀ ਬੂਟੀ? ਇਹ ਸਦਾ ਬਹਾਰ ਆ ਜੀ, ਇਹ ਵੀ ਕੰਮ ਆਉਂਦਾ ਵਾ। ਜੜੀ ਬੂਟੀ ਦਵਾਈਆਂ ਸਭ ਘਰਾਂ 'ਚ ਹੁੰਦਾ। ਉਹ ਸਾਹਮਣੇ ਲੈਮਨ ਗ੍ਰਾਸ ਆ ਜੀ। ਲੈਮਨ ਗ੍ਰਾਸ, ਜਿਵੇਂ ਕਿ ਕਿਸੇ ਨੂੰ ਸ਼ੂਗਰ ਹੁੰਦੀ ਆ ਜਾਂ ਕਿਸੇ ਨੇ ਪੇਟ ਹਲਕਾ ਕਰਨਾ, ਉਹਦੇ ਕੰਮ ਆਉਂਦਾ। ਲੈਮਨ ਗ੍ਰਾਸ ਹੋ ਗਿਆ ਜੀ ਇਹ। ਠੀਕ ਹੈ ਜੀ। ਇਹ ਬਾਚਾ, ਇਹ ਕਦੇ ਵਾਸਤੇ ਆ? ਇਹ ਬਾਚੇ ਵੀ ਦਵਾਈਆਂ 'ਚ ਪੈਂਦਾ ਵਾ। ਠੀਕ ਆ ਜੀ। ਕੋਈ ਕਿਸੇ ਨੂੰ ਸਿਰ ਦੁਖਦਾ ਜਾਂ ਕੋਈ ਕਿਸੇ ਕਿਸਮ ਦੀ ਬਿਮਾਰੀ ਹੋਵੇ ਉਹਦੇ 'ਚ ਪੈ ਜਾਂਦਾ। ਇਹ ਜੜੀ ਬੂਟੀਆਂ ਵੀਰ ਜੀ ਸਿੱਧੀਆਂ ਖਾਣ ਵਾਲੀਆਂ ਨਹੀਂ ਹੁੰਦੀਆਂ, ਇਹਨਾਂ ਨੂੰ ਪ੍ਰੋਸੈਸ ਰਾਹੀਂ ਇਹਨਾਂ ਦਾ ਕੰਮ ਕੀਤਾ ਜਾਂਦਾ। ਜਿੱਦਾਂ ਕਿ ਇਹ ਦਿਖਾ ਦਈਏ ਤੁਹਾਨੂੰ, ਇਹ ਬਜਰਦੰਤੀ ਹੈ ਜਿਹੜੀ ਅਸੀਂ ਪੇਸਟ ਦੇ ਵਿੱਚ ਪਾਉਨੇ ਆ ਨਾ, ਪੇਸਟ ਬਜਰਦੰਤੀ ਪੇਸਟ ਦੇ ਵਿੱਚ ਇਹ ਪੈਂਦੀ ਹੈ। ਅੱਛਾ, ਇਹ ਪੈਂਦੀ ਹੈ? ਬਿਲਕੁਲ। ਇਹਨਾਂ ਨੂੰ ਸਰ ਰਗੜ ਕੇ ਇਹਨਾਂ ਦਾ ਜਿਹੜਾ ਅਰਕ ਕੱਢ ਕੇ ਅੱਛਾ ਉਹ ਪਾਇਆ ਜਾਂਦਾ ਵਿੱਚ। ਸਿੱਧੇ ਨਹੀਂ ਪੈਂਦੇ ਹੁੰਦੇ ਇਹ। ਠੀਕ ਹੈ ਜੀ। ਇਹ ਹੈਗਾ ਜੀ, ਇਹਨੂੰ ਅਕਰਕਰਾ ਕਹਿੰਦੇ ਨੇ। ਅਕਰਕਰਾ, ਇਹ ਅਕਰਕਰਾ ਜਿਸ ਦੇ ਜਿਵੇਂ ਕਹਿੰਦੇ ਆ ਆਪਣਾ ਮਰਦਾਨਾ ਤਾਕਤ ਜਿਹਨੂੰ ਆਉਂਦੇ ਆ ਨਾ ਕਰਨ, ਵੀ ਮਰਦਾਨਾ ਤਾਕਤ ਦੇਣੀ ਆ, ਉਹਦੇ ਲਈ ਵੀ ਸੈੱਟ ਰਹਿੰਦਾ। ਸਿਰ ਦੁਖਦਾ ਜੇ ਕਿਸੇ ਦਾ, ਉਹਦੇ ਲਈ ਵੀ ਚੰਗਾ ਰਹਿੰਦਾ। ਸਿਰ ਇਹਨੂੰ ਬਣਾ ਕੇ ਇਹਦਾ ਅਰਕ ਬਣਾ ਕੇ ਪਾਇਆ ਜਾਂਦਾ, ਘੋਲ ਕੇ ਪਾਇਆ ਜਾਂਦਾ। ਮੈਨੂੰ ਲੱਗਦਾ ਵੀ ਇਤਿਹਾਸ ਦੇ ਨਾਲ ਲੋਕ ਥੋਥੋਂ ਕਿਤੇ ਵੈਦਗਿਰੀ ਦੀਆਂ ਦਵਾਈਆਂ ਨਾ ਪੁੱਛਣਾ। ਵੀਰ ਜੀ ਇੰਨਾ ਨਹੀਂ ਵੀਰ ਜੀ, ਨਹੀਂ ਲੋਕਾਂ ਨੇ ਵੀ ਉਹ ਆ ਨਾ ਜਾਣ ਵੀ ਤੁਹਾਨੂੰ ਆਹ ਦਵਾਈ ਦੱਸੋ। ਇਹ ਤਾਂ ਇਹ ਮੇਰੇ ਇੱਕ ਡਾਕਟਰ ਅਜੀਜ਼ ਨੇ, ਮੇਰੇ ਬਹੁਤ, ਡਾਕਟਰ ਦਕਸ਼ ਜੋਸ਼ੀ ਜੀ, ਉਹਨਾਂ ਨੇ ਵੀ ਸਾਨੂੰ ਬਹੁਤ ਨੌਲੇਜ ਦਿੱਤੀ ਆ। ਇਹ ਹੈ ਜੀ, ਇਹ ਨਿਰਗੁੰਡੀ ਹੈ ਜੀ, ਇਹਨੂੰ ਨਿਰਗੁੰਡੀ ਕਹਿੰਦੇ ਨੇ। ਇਹ ਵੀ ਸਰ ਜਿੱਦਾਂ ਕਿ ਦਿਮਾਗ ਦੀ ਆਪਾਂ ਕਹਿੰਦੇ ਨਾ, ਦਿਮਾਗ ਦੀਆਂ ਨਾੜਾਂ ਕਮਜ਼ੋਰ ਹੋ ਗਈਆਂ ਜਾਂ ਦਿਮਾਗੀ ਤੌਰ ਤੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਨਿਰਗੁੰਡੀ ਵੀ। ਠੀਕ ਆ। ਠੀਕ ਹੈ ਜੀ। ਇਹ ਹੈਗਾ ਜੀ ਕੜੀ ਪੱਤਾ। ਕੜੀ ਪੱਤਾ, ਹਾਂ ਇਹ ਕੜੀ ਪੱਤਾ ਹੋ ਗਿਆ, ਕੜੀ ਚ ਪੈਂਦਾ ਹੈ। ਹਾਂ ਜੀ, ਇਹ ਕੜੀ ਪੱਤਾ ਪਾ ਲੈਂਦੇ ਆ। ਇਹ ਜਮਾਲਕੋਟਾ ਜੀ, ਜਮਾਲਕੋਟਾ। ਇਹ ਜਮਾਲਕੋਟਾ ਵੀਰ ਜੀ, ਇਹਨੂੰ ਐਦਾਂ ਨਹੀਂ ਖਾਂਦਾ ਜਾਂਦਾ ਵੀ ਜੇ ਤੁਸੀਂ ਐਦਾਂ ਖਾ ਲੋਗੇ ਇਹ ਜ਼ਹਿਰ ਆ। ਇਹਨੂੰ ਵੀ ਇੱਕ ਪ੍ਰੋਸੈਸ ਦੇ ਥਰੂ ਦਿੱਤਾ ਜਾਂਦਾ, ਪ੍ਰੋਸੈਸ ਕਰਾ ਕੇ ਉਹਦੀ ਦਵਾਈ ਬਣਾ ਕੇ ਫਿਰ ਜਮਾਲਕੋਟਾ ਦਿੱਤਾ ਜਾਂਦਾ। ਇਹ ਹੈ ਜੀ ਮੋਤੀਆ। ਇਹ ਮੋਤੀਆ ਜਦੋਂ ਅੱਖਾਂ ਦੇ ਵਿੱਚ ਜਿਹੜਾ ਮੋਤੀਆ ਅੱਖਾਂ ਦੇ ਵਿੱਚ ਅੱਖਾਂ ਦੀ ਦਵਾਈ ਬਣਦੀ ਆ, ਉਹ ਮੋਤੀਆ ਹੁੰਦਾ ਨਾ, ਉਹ ਅੱਖਾਂ ਦੀ ਦਵਾਈ ਦੇ ਵਿੱਚ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਜੀ। ਇਹ ਹੈ ਜੀ ਛੋਟੇ ਜਿਹੇ, ਜਿੱਦਾਂ ਕਿ ਆ ਦੇਖੋ, ਆਹ ਪ੍ਰਾਚੀਨ ਇਹ ਜਾਮਣਾ, ਇਹ ਵੀ ਪ੍ਰਾਚੀਨ ਨੇ, ਉਸ ਟਾਈਮ ਦਾ ਇਤਿਹਾਸ ਦਰਸਾ ਰਹੀਆਂ ਨੇ। ਜਿਹੜੀਆਂ ਕਿ ਅੱਜ ਕੱਲ ਜਿਹੜਾ ਚੀਜ਼ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਅਸੀਂ ਜਿਹੜਾ ਨਾ ਵੈਸਟਰਨ ਜਿਹੜਾ ਕਲਚਰ ਨਾਲ ਬਹੁਤ ਜ਼ਿਆਦਾ ਜੁੜ ਗਏ ਹਾਂ, ਜਿਸ ਕਰਕੇ ਸਾਨੂੰ ਇਹ ਚੀਜ਼ਾਂ ਸਾਡੇ ਜਿਹੜਾ ਨਾ ਸਾਡੇ ਦੇਸ਼ ਦੇ ਵਿੱਚ, ਸਾਡੇ ਜ਼ਿਆਦਾਤਰ ਪੰਜਾਬ ਦੇ ਵਿੱਚ ਇੰਨੀਆਂ ਜੜੀ ਬੂਟੀਆਂ ਨੇ। ਲੋਕ ਪਹਿਲਾਂ ਇਲਾਜ ਕਿਵੇਂ ਕਰਦੇ ਹੁੰਦੇ ਸੀ ਜੀ? ਜੜੀ ਬੂਟੀਆਂ ਨਹੀਂ, ਇਹਨਾਂ ਜੜੀ ਬੂਟੀਆਂ ਨੇ। ਹੁਣ ਮੈਂ ਅਜਵਾਇਣ ਦੱਸੀ ਆ ਤੁਹਾਨੂੰ, ਅਜਵਾਇਣ ਦੇ ਬਹੁਤ ਜ਼ਿਆਦਾ ਫਾਇਦੇ ਨੇ।
ਪੇਟ ਲਈ ਆ ਇਹ, ਸਿਰ ਦੁਖਦਾ ਹੋਰ, ਜਾਣੀ ਪੇਟ ਦੀਆਂ ਜਿੰਨੀਆਂ ਬਿਮਾਰੀਆਂ ਨੇ ਉਹ ਅਜਵਾਇਣ ਠੀਕ ਕਰੂ। ਇਹ ਦੇਸੀ ਅਜਵਾਇਣ ਆ ਵੀਰ ਜੀ, ਤੁਸੀਂ ਘਰੇ ਜਾ ਕੇ ਹੱਥ ਧੋ ਲਿਓ, ਫੇਰ ਸੁੰਘਿਓ, ਤੁਹਾਨੂੰ ਫੇਰ ਵੀ ਤੁਹਾਡੀ ਇਹਦੇ ਚੋਂ ਸਮੈਲ ਆਈ ਜਾਣੀ ਆ, ਹਮਕਾਈ ਜਾਣਾ ਉਹਦਾ। ਹਾਂਜੀ ਜੀ ਮੇਰਾ ਨਾ ਆਖਰੀ ਸਵਾਲ ਇਹ ਵੀ ਇੰਨਾ ਸੋਹਣਾ ਤੇ ਸਫਾਈ ਰੱਖੇ ਵੀ ਕਿੰਨੇ ਕਰਮਚਾਰੀ ਆ ਇੱਥੇ? ਵੀਰ ਜੀ ਗੱਲ ਕਰੀਏ, ਅਸੀਂ 7 ਕਰਮਚਾਰੀ ਹਾਂ ਇੱਥੇ, 7 ਜੀ 7, ਜਿਹਦੇ ਵਿੱਚ 2 ਗਾਈਡ, 2 ਹੀ ਸਾਡੇ ਕੋਲੇ ਮਾਲੀ ਨੇ ਜੀ, ਸਿਰਫ ਇੱਕੋ ਹੀ ਸਾਡੇ ਕੋਲੇ ਸਫਾਈ ਕਰਮਚਾਰੀ ਆ, ਸਵੀਪਰ ਜੀ, ਤੇ ਇੱਕ ਰਿਸੈਪਸ਼ਨਿਸਟ ਮੈਡਮ, ਤੇ ਇੱਕ ਹੀ ਸਾਡੇ ਕੋਲੇ ਰਾਤ ਦੀ ਡਿਊਟੀ ਦੇਣ ਸਮੇਂ ਜਿਹੜਾ ਚੌਕੀਦਾਰ ਆ। ਗੱਲ ਕਰੀਏ ਸਫਾਈ ਦੀ ਵੀਰੇ, ਗੱਲ ਕੁਝ ਵੀ ਨਹੀਂ ਹੁੰਦੀ, ਸਾਡੇ ਮਨ ਦੀ ਆ ਇਹ, ਸਾਡਾ ਮਨ। ਜੇ ਅਸੀਂ ਕੰਮ ਕਰਦੇ ਆ ਤਾਂ ਉਹ ਕੰਮ ਹੀ ਰਹਿ ਜਾਂਦਾ, ਜੇ ਅਸੀਂ ਕੰਮ ਨੂੰ ਪੂਜਾ ਕਰ ਸਮਝ ਕੇ ਕਰਦੇ ਆ ਉਹ ਕੰਮ ਅਸਲੀ ਹੁੰਦਾ ਵਾ, ਉਹ ਪੂਜਾ ਹੁੰਦੀ ਆ। ਸੋ ਇਸ ਕਰਕੇ ਜਿੰਨੇ ਵੀ ਸਾਡੇ ਸਟਾਫ ਦੇ ਮੈਂਬਰ ਨੇ ਇੱਥੇ, ਜਿੰਨਾ ਵੀ ਕੰਮ ਕਰਦੇ ਨੇ ਵੀਰੇ, ਅਸੀਂ ਪੂਜਾ ਕਰਦੇ ਆ, ਨਾ ਕਿ ਕੰਮ ਕਰਦੇ ਆ। ਮੈਂ ਨਾ ਬੇਨਤੀ ਕਰੂੰਗਾ ਵੀ ਇੰਨੀ ਸਫਾਈ ਤੇ ਇੰਨੀ ਕਹਿ ਲਓ ਕਿ ਨਿਮਰਦਿਲੀ ਦੇ ਨਾਲ, ਨਿਮਰਤਾ ਦੇ ਨਾਲ ਹਰ ਚੀਜ਼ ਦੱਸੀ ਜਾਂਦੀ ਹੈ ਇੱਥੇ, ਕੱਲੀ ਕੱਲੀ ਚੀਜ਼ ਬਾਰੇ, ਤੇ ਹਰ ਬੰਦਾ ਇੱਥੋਂ ਪਰਫੈਕਟ ਆ ਪੂਰਾ। ਮੈਂ ਨਾ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਤੁਹਾਡਾ ਸਭ ਤੋਂ ਵਧੀਆ ਕੰਮ ਇਹੀ ਆ ਵੀ ਜਿਹੜਾ ਤੁਸੀਂ ਆਹ ਕੀਤਾ ਨਾ, ਕੋਠੀ ਨੂੰ ਸਾਂਭਿਆ ਹੋਇਆ ਤੇ ਚੰਗੇ ਮੁਲਾਜ਼ਮ ਰੱਖੇ ਹੋਏ ਨੇ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰੂੰਗਾ ਵੀ ਇਹਨਾਂ ਨੂੰ ਨਾ ਪੱਕੇ ਪੱਕੇ ਹੋ ਕੇ ਕੱਚੇ ਬਾਈ ਜੀ? ਅਸੀਂ ਜੀ ਡੇਲੀ ਵੇਚਦੇ ਆ DC ਰੇਟ ਤੇ। ਹਾਂ ਮਤਲਬ ਉਸ ਹਿਸਾਬ ਤੇ ਕੱਚੇ ਨੇ ਵੀ ਜੇ ਹੋ ਸਕੇ ਤਾਂ ਨਾ ਵੀ ਨਿਮਰਤਾ ਸੀ ਤੇ ਬੇਨਤੀ ਹੈ ਬਾਈ ਬਣ ਕੇ ਇਹਨਾਂ ਨੂੰ ਪੱਕੇ ਕਰ ਦਿਓ ਯਾਰ। ਕਾਰਨ ਇਹ ਹੈ ਕਿ ਨਾ ਸਫਾਈ ਬਹੁਤ ਰੱਖੀ ਹੋਈ ਆ ਤੇ ਕੱਲੀ ਕੱਲੀ ਇਤਿਹਾਸ ਦੀ ਗੱਲ ਪੋਟਿਆਂ ਤੇ ਰਟੀ ਪਈ ਆ, ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਹੁਤ ਵੱਡੀ ਵਿਰਾਸਤ ਹੋਊਗੀ। ਚੰਗੇ ਅਧਿਆਪਕ ਵਜੋਂ ਗਾਈਡ ਵੀ ਇੱਕ ਅਧਿਆਪਕ ਹੀ ਹੁੰਦਾ, ਚੰਗੇ ਅਧਿਆਪਕ ਲੱਭਣਾ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ। ਸਰਕਾਰ ਨੂੰ ਇਹ ਮਿਲ ਚੁੱਕੇ ਨੇ ਤੇ ਇਹਨਾਂ ਦੀ ਮਦਦ ਕਰ ਸਕਦੇ ਆ ਕਿ ਉਹਨਾਂ ਨੂੰ ਪੱਕੇ ਕਰ ਦੇਣ, ਹਨਾ। ਹੋਰ ਵੀ ਥਾਵਾਂ ਤੇ ਹੋਣਗੇ ਸਾਡਾ ਭਾਈਚਾਰੇ ਇਸ ਨਾਲ ਸੰਬੰਧਿਤ, ਉਹ ਲਾਜ਼ਮੀ ਪੱਕੇ ਕਰਨ। ਬਾਈ ਜੀ ਤੁਹਾਡਾ ਨਾ ਤਹਿ ਦਿਲੋਂ ਧੰਨਵਾਦ, ਸਾਡੇ ਕੋਲ ਨਾ ਲਫ਼ਜ਼ ਨਹੀਂ ਕਿ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਦੱਸਿਆ, ਤੇ ਆਉਣ ਵਾਲੀ ਪੀੜ੍ਹੀਆਂ ਤੱਕ ਇਹ ਗੱਲ ਯਾਦ ਰਹਿਣੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡਾ ਫੇਰ ਅੰਤ ਦੇ ਵਿੱਚ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਲਈ ਇੰਨਾ ਕੀਮਤੀ ਸਮਾਂ ਕੱਢਿਆ। ਬਸ ਮੇਰੀ ਬੇਨਤੀ ਇਹੀ ਹੁੰਦੀ ਆ ਕਿ ਤੁਹਾਡੇ ਚੈਨਲ ਦੇ ਥਰੂ ਹੀ ਕਰ ਰਿਹਾ ਮੈਂ ਕਿ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ, ਬੱਚਿਆਂ ਨੂੰ ਇਤਿਹਾਸ ਦੱਸੋ। ਸਾਡੀ ਕੋਸ਼ਿਸ਼ ਹੁੰਦੀ ਹੈ ਬੱਚਿਆਂ ਨੂੰ ਇਤਿਹਾਸ ਜ਼ਿਆਦਾ ਦੱਸਦੇ ਹਾਂ ਅਸੀਂ, ਬਜ਼ੁਰਗਾਂ ਨੂੰ ਘੱਟ ਦੱਸਦੇ ਹਾਂ, ਕਿਉਂਕਿ ਬਜ਼ੁਰਗਾਂ ਨੂੰ ਤਾਂ ਪਤਾ ਜਿਹੜਾ ਲੰਘ ਗਿਆ ਉਹਨਾਂ ਨੇ, ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਡਾ ਸਿੱਖ ਇਤਿਹਾਸ ਕਿੰਨਾ ਵਾਸਟ ਆ। ਬਾਈ ਜੀ ਕਦੇ ਕੁੱਜੇ 'ਚ ਸਮੁੰਦਰ ਨਹੀਂ ਬੰਦ ਹੋਇਆ ਜੀ, ਤੇ ਨਾ ਹੀ ਅਸੀਂ ਕਰ ਸਕਦੇ ਹਾਂ। ਇਤਿਹਾਸ ਸਾਡਾ ਐਡਾ ਵੀ ਅਸੀਂ ਇਤਿਹਾਸ ਦੱਸ ਨਹੀਂ ਸਕਦੇ। ਮੈਂ ਤਾਂ ਕੀ ਚੀਜ਼ ਆ, ਪ੍ਰੇਰਨਾ ਦੇ ਸਕਦੇ, ਮੈਂ ਤਾਂ ਕੀ ਚੀਜ਼ ਆ ਵੀ ਮੈਂ ਤੁਹਾਨੂੰ ਇਤਿਹਾਸ ਇੰਨਾ ਦੱਸ ਦੇਵਾਂ ਨਾ। ਇਤਿਹਾਸ ਕਦੇ ਇੰਨਾ ਨਾ ਦੱਸਿਆ ਜਾਂਦਾ ਨਾ ਸੁਣਿਆ ਜਾਂਦਾ। ਇਹ ਤਾਂ ਸਿਰਫ ਕੀ ਹੁੰਦਾ, ਕੁਛ ਕੀ ਹੁੰਦੇ ਆ, ਵਸੀਲੇ ਹੁੰਦੇ ਆ। ਸਰਕਾਰਾਂ ਨੇ ਬਹੁਤ ਵਧੀਆ ਵਸੀਲੇ ਕੀਤੇ ਹੋਏ ਨੇ। ਸਰਕਾਰਾਂ ਕਦੇ ਵੀ ਮਾੜੀਆਂ ਨਹੀਂ ਹੁੰਦੀਆਂ, ਮਾੜੀ ਸੋਚ ਆ ਬੰਦੇ ਦੀ, ਤੇ ਉਹ ਸੋਚ ਨੂੰ ਲੈ ਕੇ ਤੁਰੀਏ ਤਾਂ ਬਹੁਤ ਕੁਝ ਹੋ ਜਾਂਦਾ। ਜੇ ਸੋਚ ਚੰਗੀ ਆ ਤਾਂ ਸਾਰਾ ਕੁਝ ਹੀ ਚੰਗਾ। ਮੇਰੀ ਤਾਂ ਇਹੀ ਅਪੀਲ ਆ ਕਿ ਜਿੰਨੇ ਵੀ ਅਸੀਂ ਦਰਸ਼ਕ ਸਾਨੂੰ ਸੁਣਦੇ ਆ ਜਾਂ ਦੇਖਦੇ ਆ, ਅੱਗੇ ਆਓ ਇੱਥੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ, ਜਿਹੜੀ ਕਿ ਬੱਸੀਆਂ ਤੋਂ ਲਗਭਗ 2 ਕਿਲੋਮੀਟਰ ਰਾਏਕੋਟ ਜਾਂਦੇ ਹੋਏ ਖੱਬੇ ਹੱਥ ਚੁਰਸਤਾ ਗੋਇਲ ਜਿਹੜਾ ਫਿਊਲ ਸਟੇਸ਼ਨ ਆ ਉਹਦੇ ਖੱਬੇ ਹੱਥ ਆ, ਤੇ ਉਸ ਤੋਂ ਬਾਅਦ ਰਾਏਕੋਟ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ ਤੇ ਆ। ਜਦੋਂ ਤੁਸੀਂ ਮੇਨ ਸੜਕ ਤੇ ਜਾਓਗੇ ਰਾਏਕੋਟ ਵੱਲੋਂ ਸੱਜੇ ਹੱਥ ਜਾ ਕੇ ਅੱਗੇ 1 ਕਿਲੋਮੀਟਰ ਅੱਗੇ ਜਾ ਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਯਾਦਗਾਰ ਸਥਾਪਿਤ ਕੀਤੀ ਆ। ਇਹਨਾਂ ਕਹਿੰਦਾ ਹੋਇਆ ਹੋਰ ਦੱਸ ਦਿਓ ਵੀ ਕਿਹੜੇ ਕਿਹੜੇ ਦਿਨ ਬੰਦ ਹੁੰਦੀ ਹੈ? ਇਹ ਕੇਵਲ ਸੋਮਵਾਰ ਬੰਦ ਹੁੰਦੀ ਹੈ ਜੀ, ਐਤਵਾਰ ਨੂੰ ਵੀ ਖੁੱਲ੍ਹੀ? ਹਾਂਜੀ, ਕਿਉਂਕਿ ਐਤਵਾਰ ਕੀ ਹੈ ਇਹਦੀ ਟਾਈਮਿੰਗ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ। 9 ਤੋਂ 5 ਦੇ ਦਰਮਿਆਨ ਐਤਵਾਰ ਨੂੰ ਬੰਦ ਆ, ਨਹੀਂ ਸੋਮਵਾਰ ਨੂੰ ਬੰਦ ਆ, ਤੇ ਤੁਸੀਂ ਆ ਸਕਦੇ ਹੋ, ਦੇਖ ਸਕਦੇ ਹੋ। ਮਿਹਰਬਾਨੀ, ਧੰਨਵਾਦ।